बाबा जी, नाम शब्द तो बिना की मुक्ति मिल सकती है जी? बेटा शब्द तो बगैर नहीं मिल सकती। मैं ये नहीं कहूँगा कि सिर्फ संत मत, मगर शब्द ही है ਜਿਹੜਾ बेटा ਕਰਮ ਦੀ ਰੇਖ ਖਤਮ ਕਰਦਾ ਹੈ। ਸਾਡੇ ਵਿੱਚ ਤਾਕਤ ਨਹੀਂ। ਆਪਾਂ ਜਿੰਨੇ ਮਰਜ਼ੀ ਚੰਗੇ ਕੰਮ ਕਰ ਲਈਏ, ਸਾਡੇ ਚੋਂ ਇਸ ਕਰਮ ਕਾਂਡ ਚੋਂ ਨਿਕਲਿਆ ਨਹੀਂ ਜਾਊਗਾ बेटा। ਉਹ ਤਾਕਤ ਸਿਰਫ ਸ਼ਬਦ ਵਿੱਚ ਹੈ ਜੋ ਕਰਮਾਂ ਦਾ ਹਿਸਾਬ ਕਿਤਾਬ ਖਤਮ ਕਰ ਸਕੇ। बाबा जी, हर एक मनुष्य ਨੂੰ ਸੱਚੇ ਗੁਰੂ ਦੀ आवश्यकता ਹੁੰਦੀ ਹੈ ਜੀ? बेटा आवश्यकता जे एक पासे देखिए तो किसी चीज़ की भी नहीं, जो दूजे पासे देखिए तो सारिया चीज़ों की है। ਹੁਣ ਜੇ ਮੈਂ ਕਹਾਂ ਨਹਾਉਣ ਦੀ ਕੀ आवश्यकता है, वैसे तो कुछ नहीं, नहीं नहाओगे तो की हो जाऊगा, मगर आदमी नहाता है ना। पढ़ाई नहीं करांगे तो की होगा, कुछ भी नहीं, मगर फिर भी आप सोचते हैं कि पढ़ाई ज़रूरी है। तो सोच की गल है बेटा। जे आप कोई कारज पूरा करना है और वो सानू कोई रस्ता दिखाने वाला मिल जे जो साडा हथ पढ़ के उस चीज़ को आसान बना दे, काम आसान हो जाता, बस बाकी थोड़ी मौज है। बाबा जी, नामदान की बख्शिश बनाए रखे। ਬਾਬਾ ਜੀ ਤੁਹਾਨੂੰ ਸਲੂਟ ਹੈ ਪਹਿਲਾਂ ਤਾਂ, ਇੰਨੀ ਮਹਾਂਮਾਰੀ ਸਾਰੀ ਸੰਗਤ ਨੂੰ ਸੇਵਾ ਬਖਸ਼ੀ ਤੁਸੀਂ। ਬਾਬਾ ਜੀ ਮੈਂ ਕੁਐਸਚਨ ਕਰਨਾ ਚਾਹੁੰਦਾ, ਮੈਂ ਜਿੰਨਾ ਕਿਸੇ ਨਾਲ ਪਿਆਰ ਨਾਲ ਰਹਿਣਾ। मैं कादी बख्शी है? डेरा मेरा है, डेरा थोड़ा है। ਬਾਬਾ ਜੀ ਬਖਸ਼ੀ ਤਾਂ ਤੁਹਾਡੀ ਹੈ। और मेरी कादी बख्शिश है? थोड़ा डेरा बेटा, तुसी आके और सेवा भी है बेटा। आप अपनी लोड़ नूं करते हैं, लोड़ सानू है, किसी होर नूं नहीं बेटा। क्योंकि भजन सिमरन च बहते हैं, मन काबू नहीं आता। मन ਨੂੰ ਝੁਕਾਉਣ ਵਾਸਤੇ, ਮਨ ਵਿੱਚ ਨਿਮਰਤਾ ਲਿਆਉਣ ਵਾਸਤੇ ਆਪਾਂ ਸੇਵਾ ਕਰਦੇ ਹਾਂ। ਸੋ ਉਹਦੀ ਲੋੜ ਆਪਾਂ ਨੂੰ ਹੈ ਬੇਟਾ। ਆਪਾਂ ਕਿਸੇ ਵਾਸਤੇ ਨਹੀਂ ਕਰਨੀ, ਆਪਣੇ ਵਾਸਤੇ ਕਰਨੀ। ਬਾਬਾ ਮੈਂ ਪੁੱਛਣਾ ਚਾਹੁੰਦਾ, ਮੈਂ ਜਿੰਨਾ ਕਿਸੇ ਨਾਲ ਪਿਆਰ ਨਾਲ ਰਹਿਣ ਦੀ ਕੋਸ਼ਿਸ਼ ਕਰਦਾ ਉਨਾ ਹੀ ਹਰਟ ਹੁੰਦਾ, ਮੈਨੂੰ ਕਿੱਦਾਂ ਰਹਿਣਾ ਚਾਹੀਦਾ? ਬੇਟਾ ਦੇਖੋ, ਆਪਾਂ ਆਪਣੇ ਵੱਲੋਂ ਨਹੀਂ ਪਿੱਛੇ ਹਟਣਾ, ਹਾਂਜੀ ਠੀਕ ਹੈ ਨਾ। ਆਪਾਂ ਸਹੀ ਕੰਮ ਕਰੀ ਚੱਲੀਏ। ਹੁਣ ਦੂਜੇ ਪਾਸੇ ਬੇਟਾ ਆਪਾਂ ਸਾਰੀ ਦੁਨੀਆ ਨੂੰ ਤਾਂ ਬਦਲ ਨਹੀਂ ਸਕਦੇ, ਸਾਰੀ ਦੁਨੀਆ ਨੂੰ ਤਾਂ ਇਸ ਤਰ੍ਹਾਂ ਬਣਾ ਨਹੀਂ ਸਕਦੇ ਕਿ ਉਹ ਸਾਡੀ ਕਹਿਣ ਦੇ ਨਾਲ ਚੱਲਣ ਬੇਟਾ। ਉਹ ਤਾਂ ਉਹਨਾਂ ਦੀ ਮੌਜ ਹੈ ਨਾ। ਆਪਾਂ ਕੀ 100% ਜੋ ਦੂਜਿਆਂ ਦੀ ਸਾਡੇ ਤਰਫ ਚਾਹਤ ਹੈ ਪੂਰੀ ਕਰ ਸਕਦੇ ਹਾਂ? ਤਾਂ ਫਿਰ ਉਹ ਕਿਵੇਂ ਪੂਰੀ ਕਰ ਸਕਦੇ ਆ ਬੇਟਾ? ਸੋ ਆਪਣੇ ਵੱਲੋਂ ਲੱਕ ਸਾਹਮਣੇ ਰੱਖ ਕੇ ਵਧਣ ਦੀ ਕੋਸ਼ਿਸ਼ ਕਰੋ। ਬਾਕੀ ਠੀਕ ਹੈ, ਜੋ ਮਾਲਿਕ ਦੀ ਮੌਜ ਹੈ, ਕਦੇ ਪੂਰਾ ਹੋਊਗਾ, ਕਦੇ ਨਹੀਂ ਹੋਊਗਾ। ਬਾਬਾ ਇੱਦਾਂ ਹੀ ਸੇਵਾ ਲਿਆਂਦੇ ਰਹੋ, ਸਾਰੀ ਸੰਗਤ ਤੇ ਦਇਆ ਮੇਂ ਦੀ ਰਕਸ਼ੀ ਕਰਿਓ ਤੇ ਅੰਦਰ ਦਰਸ਼ਨ ਬਖਸ਼ਿਓ। बाबा जी, दया मेर बख्शिश करो। हमेशा चंगे इंसान दे नूं ही काहतों इन्ना इम्तिहान देना पैंदा है? ਇਹ ਇਮਤਿਹਾਨ ਵਿੱਚੋਂ ਤਾਂ ਸਾਰੇ ਹੀ ਗੁਜ਼ਰਦੇ ਆ ਬੇਟਾ। ਮਗਰ ਜੇ ਆਪਾਂ ਇਹ ਸੋਚੀਏ ਕਿ ਮਾਲਿਕ ਸਾਡਾ ਇਮਤਿਹਾਨ ਲੈਂਦਾ, ਬੇਟਾ ਮਾਲਿਕ ਨਹੀਂ ਇਮਤਿਹਾਨ ਲੈਂਦਾ, ਅਸੀਂ ਆਪਣਾ ਇਮਤਿਹਾਨ ਲੈਂਦੇ ਹਾਂ। ਜੇ ਮਾਲਿਕ ਇਮਤਿਹਾਨ ਲੈਣ ਲੱਗ ਪਿਆ ਨਾ ਤਾਂ ਸਾਡੇ ਤੋਂ ਕਦੇ ਪਾਸ ਨਹੀਂ ਹੋਇਆ ਜਾਣਾ। ਅਸੀਂ ਖੁਦ ਜਿਸ ਵੀ ਵਾਤਾਵਰਨ ਵਿੱਚੋਂ, ਜਿਸ ਵੀ ਵਕਤ ਵਿੱਚੋਂ ਗੁਜ਼ਰ ਰਹੇ ਹਾਂ ਨਾ ਬੇਟਾ, ਉਹ ਸਾਡੇ ਕਰਨੀ ਦਾ ਨਤੀਜਾ ਹੈ, ਸਾਡੇ ਕਰਮਾਂ ਦਾ ਹਿਸਾਬ ਕਿਤਾਬ ਹੈ ਬੇਟਾ। ਸੋ ਇਮਤਿਹਾਨ ਵਿੱਚ ਅਸੀਂ ਆਪਣੇ ਆਪ ਨੂੰ ਪਾਇਆ, ਮਾਲਿਕ ਨੇ ਨਹੀਂ ਪਾਇਆ। ਹੁਣ ਜੇ ਆਪਾਂ ਹਿੰਮਤ ਰੱਖਾਂਗੇ, ਉਹਦੇ ਭਾਣੇ 'ਚ ਰਵਾਂਗੇ, ਹੱਸਦੇ ਹੱਸਦੇ ਗੁਜ਼ਰ ਜਾਵਾਂਗੇ ਬੇਟਾ। ਬਾਬਾ ਜੀ, ਮੈਂ ਤੁਹਾਡੇ ਨਾਲ ਹੀ ਰਹਿਣਾ ਚਾਹੁੰਦੀ ਹਾਂ। ਮਤਲਬ ਜਿੱਦਾਂ ਜਿੱਦਾਂ ਉਮਰ ਨਿਕਲਦੀ ਪਈ ਆ, ਮਤਲਬ ਕਿਤੇ ਹੋਰ ਨਹੀਂ, ਮੈਂ ਕਿਸੇ ਹੋਰ ਘਰ ਨਹੀਂ ਜਾਣਾ ਚਾਹੁੰਦੀ। ਮੈਂ ਸਤਸੰਗੀਆਂ ਦੇ ਘਰ ਬਾਬਾ ਜੀ ਤੁਹਾਡੇ ਕੋਲ ਹੀ ਨਹੀਂ ਆਉਣਾ। ਸੋਚਣਾ ਨਹੀਂ ਬੇਟਾ, ਐ ਨਹੀਂ ਸੋਚਣਾ ਕਦੇ ਵੀ। ਆਪਾਂ ਨੂੰ ਨਾ ਬੇਟਾ ਇਨਸਾਨ ਚੰਗੇ ਹੋਣੇ ਚਾਹੀਦੇ ਆ ਬੇਟਾ। ਜੇ ਚੰਗੇ ਇਨਸਾਨ ਹੈ ਤੁਹਾਨੂੰ ਖੁਸ਼ ਰੱਖਣਗੇ ਬੇਟਾ। ਮਾਲਿਕ ਨੇ ਆਪਾਂ ਨੂੰ ਜਾਤਾਂ ਪਾਤਾਂ ਤੋਂ, ਮਜ਼ਹਬਾਂ ਤੋਂ ਉੱਤੇ ਚੁੱਕੇ। ਆਪਾਂ ਹੁਣ ਨਵੀਂ ਗੱਲ ਬਣਾ ਲਈ ਕਿ ਜੀ ਸਤਸੰਗੀ ਗੈਰ ਸਤਸੰਗੀ। ਮਾਲਕ ਦੇ ਅੱਗੇ ਕੋਈ ਗੈਰ ਨਹੀਂ ਬੇਟਾ, ਸਾਰੇ ਹੀ ਮਾਲਕ ਦੇ। ਦਇਆ ਸੋ ਮੇਰ ਇਨਸਾਨ ਚੰਗੇ ਹੋਣ ਬੇਟਾ। ਬਾਬਾ ਜੀ, ਦਇਆ ਮੇਰ ਕਰਿਓ। ਬਸ। ਬਾਬਾ ਜੀ ਪਹਿਲੀ ਦੀ ਗੱਲ ਤਾਂ ਬਾਬਾ ਜੀ ਸੋਹਣੇ ਬਹੁਤ ਹੈ। ਜਦੋਂ ਦੀ ਮੁੱਛਾਂ ਖੜੀਆਂ ਕੀਤੀ ਨਾ ਬਾਬਾ ਜੀ, ਆਤੀ ਹੋ ਗਈ। ਮਤਲਬ ਪਹਿਲਾ ਸਟੈਪ ਵੀ ਚੱਕਣ ਜਾਂਦੇ ਤਾਂ ਡਰ ਲੱਗਦਾ ਕਿ ਹਾਂ ਮਾਲਿਕ ਨੇ ਗਲਤ ਕੀ ਹੈ, ਮਤਲਬ ਗਲਤ ਰਸਤਾ ਹੈ। ਤਾਂ ਬਾਬਾ ਜੀ ਉਹ ਬਸ ਉਹ ਮਿਹਰ ਬਣਾਏ ਰੱਖਿਓ ਬਾਬਾ ਜੀ। ਤਾਂ ਨਾਲੇ ਬਾਬਾ ਜੀ ਜਿੱਦਾਂ ਮਤਲਬ ਅਸੀਂ ਭਜਨ ਸਿਮਰਨ 'ਤੇ ਬਹਿੰਦੇ ਹਾਂ ਤਾਂ ਸਾਡਾ ਬਾਬਾ ਜੀ ਪਾਸਟ ਵੀ ਹੈ, ਸਾਡਾ ਫਿਊਚਰ ਵੀ ਹੈ। ਤਾਂ ਮਨ ਡਰਦਾ ਹੈ। ਜਿੱਦਾਂ ਪਹਿਲਾਂ ਤਾਂ ਭਜਨ ਸਿਮਰਨ ਸਟਾਰਟਿੰਗ 'ਚ ਥੋੜ੍ਹਾ ਬਹੁਤ ਬਣ ਜਾਂਦਾ ਸੀ, ਹੁਣ ਤਾਂ ਬਾਬਾ ਜੀ 5 ਮਿੰਟ ਵੀ ਬਹੁਤ ਮੁਸ਼ਕਿਲ ਹੋ ਜਾਂਦੇ ਆ। ਮਤਲਬ ਉਹ ਨਹੀਂ, ਡਰਨਾ ਤਾਂ ਨਹੀਂ ਚਾਹੀਦਾ ਆਪਾਂ ਨੂੰ ਬੇਟਾ। ਦੇਖੋ, ਜੋ ਪੁਰਾਣੀ ਕਰਨੀ ਹੋਗੀ ਉਹ ਤਾਂ ਹੋਗੀ, ਠੀਕ ਹੈ ਨਾ। ਹੁਣ ਮਾਲਿਕ ਨੇ
ਉਹਦੇ ਨਾਲ ਸਾਡੀ ਕਿਸਮਤ ਬਣਾਤੀ। ਤੁਹਾਡੇ ਪੁਰਾਣੇ ਜਿਹੜੇ ਕਰਮ ਹੈ ਨਾ, ਉਹਦੇ ਨਾਲ ਕਿਸਮਤ ਬਣ ਗਈ। ਕਿਸਮਤ ਬਣ ਗਈ ਤਾਂ ਤੁਸੀਂ ਮੁਕਾਮ ਤੇ ਖੜੇ ਹੋ ਗਏ। ਹੁਣ ਜਿਸ ਆਸਾਨੀ ਦੇ ਨਾਲ ਤੁਸੀਂ ਗਲਤ ਰਸਤਾ ਅਪਣਾ ਸਕਦੇ ਹੋ, ਉਸੇ ਆਸਾਨੀ ਦੇ ਨਾਲ ਸਹੀ ਅਪਣਾ ਸਕਦੇ ਹੋ। ਸਹੀ ਅਪਣਾਵਾਂਗੇ, ਕਰਮ ਖਤਮ ਹੋ ਜਾਊਗਾ, ਸਾਡਾ ਬੋਝ ਹਲਕਾ ਹੋ ਜਾਊਗਾ। ਗਲਤ ਅਪਣਾਓਗੇ, ਸਾਡਾ ਬੋਝ ਵੱਧ ਜਾਊਗਾ। ਹੋਣਾ ਫਿਰ ਵੀ ਜੋ ਮਾਲਿਕ ਚਾਹੂਗਾ। ਸੋ ਆਪਾਂ ਹਿੰਮਤ ਨਹੀਂ ਛੱਡਣੀ, ਆਪਾਂ ਆਪਣਾ ਵਿਸ਼ਵਾਸ ਰੱਖਣਾ ਹੈ, ਆਪਣੇ ਵੱਲੋਂ ਹਰ ਵਕਤ ਸਹੀ ਕਰਨ ਦੀ ਕੋਸ਼ਿਸ਼ ਕਰੀਏ। ਇਹ ਮਨ ਦਾ ਬਹਿਕਾਵਾ ਹੈ ਬੇਟਾ। ਮਨ ਸਾਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਵਿੱਚ ਲੱਗਿਆ ਰਹਿੰਦਾ ਹੈ। ਆਪਾਂ ਆਪਣੇ ਆਪ ਨੂੰ ਬਚਾਉਣਾ ਹੈ। ਮਨ ਕਾਫੀ ਡਰ ਜਾਂਦਾ ਹੈ ਬਾਬਾ ਜੀ ਉਸ ਸਮੇਂ, ਮਤਲਬ ਬੇਟਾ ਦੇਖੋ, ਮਨ 'ਚ ਕੋਈ ਤਾਕਤ ਨਹੀਂ। ਮਨ ਨੂੰ ਤਾਕਤ ਤੁਸੀਂ ਦਿੰਦੇ ਹੋ ਜਦੋਂ ਤੁਸੀਂ ਡਰ ਜਾਂਦੇ ਹੋ। ਹੁਣ ਕੀ ਹੋ ਜਾਊਗਾ ਬੇਟਾ? ਜੇ ਆਪਾਂ ਸਹੀ ਰਸਤਾ ਅਪਣਾਵਾਂਗੇ, ਆਪਾਂ ਜਲਦਬਾਜ਼ੀ ਕਰਦੇ। ਹੁਣ ਜੋ ਮਾਲਿਕ ਨੇ ਦੇਣਾ ਹੈ, ਕਿਸਮਤ 'ਚ ਲਿਖਿਆ, ਉਹ ਜ਼ਰੂਰ ਮਿਲੂਗਾ। ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ। ਹੁਣ ਜਲਦਬਾਜ਼ੀ ਵਿੱਚ ਅਸੀਂ ਕੰਪਰੋਮਾਈਜ਼ ਕਰਕੇ, ਅਸੂਲਾਂ ਦੀ ਕੁਰਬਾਨੀ ਦੇ ਕੇ ਪਹਿਲਾਂ ਜ਼ਿਆਦਾ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ, ਰਹਿਣਾ ਓਨਾ ਹੀ ਹੈ। ਉਹ ਬੋਝ ਨਾਲ ਹੋਰ ਵੱਧ ਜਾਂਦਾ। ਸਾਨੂੰ ਸਿਆਣਾ ਕੌਣ ਕਹੂਗਾ ਬੇਟਾ? ਹਾਂਜੀ ਬਾਬਾ ਜੀ। ਬਾਬਾ ਜੀ ਅਸੂਲ ਨਾ ਟੁੱਟਣ ਕੀ ਕਦੀ ਵੀ। ਬਸ ਅਸੂਲਾਂ ਨੂੰ ਅੱਗੇ ਲੱਗ ਕੇ ਨਾ ਬੇਟਾ ਉਹ ਲਕਸ਼ ਬਣਾ ਲਓ। ਥੈਂਕ ਯੂ ਬਾਬਾ ਜੀ। ਬਾਬਾ ਜੀ ਸਿਮਰਨ ਦੇ ਨਾਲ ਸੇਵਾ ਜ਼ਰੂਰੀ ਹੈ? ਬੇਟਾ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ, ਜ਼ਰੂਰੀ ਤਾਂ ਕੁਛ ਵੀ ਨਹੀਂ ਬੇਟਾ। ਸਾਰੀਆਂ ਚੀਜ਼ਾਂ ਉੱਠਦੀਆਂ ਹੈਗੀਆਂ ਤੁਹਾਡੀ ਜਦੋਂ ਮਨ ਕਿਸੇ ਚੀਜ਼ ਦੀ ਕਮੀ ਮਹਿਸੂਸ ਕਰਦਾ। ਠੀਕ ਹੈ ਨਾ? ਹੁਣ ਨਹਾਉਣ ਦੀ ਵੀ ਕੋਈ ਜ਼ਰੂਰਤ ਨਹੀਂ, ਖਾਣਾ ਖਾਣ ਦੀ ਵੀ ਕੋਈ ਜ਼ਰੂਰਤ ਨਹੀਂ, ਸੌਣ ਦੀ ਵੀ ਕੋਈ ਜ਼ਰੂਰਤ ਨਹੀਂ, ਮਗਰ ਅੰਦਰੋਂ ਇੱਕ ਕਮੀ ਮਹਿਸੂਸ ਹੁੰਦੀ ਹੈ, ਤਾਂ ਹੀ ਤੁਸੀਂ ਅੱਗੇ ਵੱਧਦੇ ਹੋ ਉਹਨੂੰ ਪੂਰੀ ਕਰਨ ਵਾਸਤੇ। ਉਸੇ ਤਰ੍ਹਾਂ ਬੇਟਾ ਜਦੋਂ ਆਪਾਂ ਰੂਹਾਨੀਅਤ ਦੇ ਰਸਤੇ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ, ਮਨ ਦੇ ਨਾਲ ਇੰਨਾ ਉਲਝਣਾ ਪੈਂਦਾ ਹੈ, ਸਾਨੂੰ ਮਾਹੌਲ ਚਾਹੀਦਾ ਬੇਟਾ। ਤਾਂ ਉਹ ਮਾਹੌਲ ਬਣਾਉਣ ਵਾਸਤੇ ਆਪਾਂ ਬਾਹਰਲੀ ਸੇਵਾ ਕਰਦੇ ਹਾਂ। ਬਾਹਰਲੀ ਸੇਵਾ ਕਰਦੇ ਹਾਂ, ਮੋਢੇ ਦੇ ਨਾਲ ਮੋਢਾ ਲਗਾ ਕੇ ਆਪਾਂ ਦੂਜਿਆਂ ਦਾ ਭਲਾ ਦੇਖਦੇ ਹਾਂ। ਉਹਦੇ ਨਾਲ ਮਨ ਝੁਕਣਾ ਸਿੱਖਦਾ ਹੈ, ਮਨ ਵਿੱਚ ਨਿਮਰਤਾ ਆਉਂਦੀ ਹੈ। ਔਰ ਉਹ ਅਵਸਥਾ ਹਾਸਲ ਕਰਕੇ ਤਾਂ ਹੀ ਭਜਨ ਸਿਮਰਨ ਹੋਊਗਾ, ਤਾਂ ਹੀ ਦੁਨੀਆ ਦਾ ਸਾਹਮਣਾ ਕਰ ਸਕਾਂਗੇ। ਬਾਬਾ ਜੀ ਮੇਰੇ ਇਹ ਦੋ ਮੈਂ ਫਸਿਆ, ਕੀ ਕਰਾਂ? ਕਿ ਜਾਂ ਤਾਂ ਮੈਂ ਬਾਹਰ ਜਾਣਾ ਚਾਹੁੰਦਾ ਜਾਂ ਪੋਲੀਟਿਕਸ, ਕੀ ਕਰਾਂ ਦੱਸੋ? ਇਹ ਤਾਂ ਤੁਹਾਡੀ ਮਰਜ਼ੀ ਹੈ ਬੇਟਾ। ਆਪਾਂ ਦੇਖੋ, ਕਿਸੇ ਚੀਜ਼ ਨੂੰ ਸੋਚ ਕੇ ਸਾਡੇ ਮਨ ਵਿੱਚ ਚਾਹਤ ਉੱਠ ਜਾਂਦੀ ਹੈ, ਆਪਾਂ ਮਿਹਨਤ ਕਰ ਸਕਦੇ ਹਾਂ। ਬਾਕੀ ਤਾਂ ਜੋ ਉਹ ਚਾਹੂਗਾ ਹੋਊਗਾ ਤਾਂ ਹੋਊਗੀ। ਸੋ ਇਸ ਕਰਕੇ ਤੁਸੀਂ ਆਪਣੇ ਵੱਲੋਂ ਮਿਹਨਤ ਕਰੋ, ਬਾਕੀ ਜੋ ਮਾਲਕ ਦੀ ਬਖਸ਼ਿਸ਼ ਹੈ ਬੇਟਾ। ਬਸ ਹੁਣ ਬਾਬਾ ਜੀ ਅੱਜ ਮਾਰਨਿੰਗ 'ਚ ਸੁਪਨਾ ਆਇਆ ਸੀਗਾ ਕਿ ਮੇਰਾ ਟੋਕਨ ਨਹੀਂ ਨਿਕਲਿਆ, ਬਾਕੀ ਸਾਰਿਆਂ ਦਾ ਨਿਕਲ ਗਿਆ। ਮੈਂ ਬਹੁਤ ਡਿਸਟਰਬ ਸੀਗੀ, ਬਟ ਹੁਣ ਜਦੋਂ ਨਿਕਲਿਆ ਤੇ ਬਹੁਤ ਖੁਸ਼ੀ ਹੈ। ਥੈਂਕ ਯੂ ਬਾਬਾ ਜੀ। ਹੁਣ ਇਸ ਕਰਕੇ ਸਾਨੂੰ ਪਤਾ ਤਾਂ ਹੋਣਾ ਚਾਹੀਦਾ ਕਿ ਸੁਪਨੇ ਦਾ ਐਵੇਂ ਹੀ ਹੁੰਦੇ ਹੈਗੇ ਆ। ਹਾਂਜੀ ਹੈ ਹਾਂਜੀ ਹਾਂ, ਆਪਾਂ ਲੈ ਕੇ ਪਰਖ ਕਰਨੀ ਬਹਿ ਜਾਂਦੇ ਆ ਸੁਪਨਿਆਂ ਦਾ। ਹਾਂਜੀ ਬਾਬਾ ਜੀ 2 ਦਿਨ ਮੰਡ ਦੀ ਸੇਵਾ 'ਚ ਮੂੰਗੀ ਕੱਟਣ ਦੀ ਸੇਵਾ ਲੱਗੀ ਸੀ। ਉੱਥੇ ਬਹੁਤ ਸਾਰੇ ਇਨਸੈਕਟ ਸੀਗੇ ਜਿਨ੍ਹਾਂ ਨੂੰ ਮੈਂ ਹਾਰਮ ਨਹੀਂ ਕਰਨਾ ਚਾਹੁੰਦੀ ਸੀ, ਬਟ ਉਹ ਫਿਰ ਵੀ ਮਤਲਬ ਮੇਰੇ ਹੱਥੋਂ ਹਾਰਮ ਹੋ ਰਹੀ ਸੀ। ਤਾਂ ਉਹ ਜੋ ਹਾਰਮ ਹੋ ਗਏ, ਉਹਨਾਂ ਦਾ ਕਿਆ ਕਰਮ, ਜੋ ਵੀ ਉਹਨਾਂ ਦਾ ਸਾਡਾ, ਉਹ ਵੀ ਸਾਡਾ ਕਰਮ ਬਣ ਗਿਆ। ਦੇਖੋ, ਜਿੰਨੇ ਵੀ ਜੀਵ ਜੰਤ ਹੈ ਨਾ ਇਸ ਕਾਇਨਾਤ ਵਿੱਚ, ਜਿੰਨੀਆਂ ਵੀ ਆਤਮਾਵਾਂ ਹੈਗੀਆਂ, ਸਾਰਿਆਂ ਵਿੱਚ ਆਤਮਾ ਹੁੰਦੀ ਹੈ, ਹਰੇਕ ਦਾ ਕਰਮ ਬਣੂਗਾ। ਹੁਣ ਹਰ ਵਕਤ ਆਪਾਂ ਕਿਸੇ ਨਾ ਕਿਸੇ ਚੀਜ਼ ਦੀ ਤਾਂ ਹੱਤਿਆ ਕਰ ਹੀ ਰਹੇ ਹਾਂ ਨਾ। ਹੁਣ ਸ੍ਰਿਸ਼ਟੀ ਵਿੱਚ ਸਾਰੀਆਂ ਚੀਜ਼ਾਂ ਤੱਤਾਂ ਤੋਂ ਬਣੀਆਂ ਹੋਈਆਂ, ਸਿਰਫ ਇਨਸਾਨ ਹੈ ਜਿਹਦੇ ਵਿੱਚ 5 ਤੱਤ ਮੌਜੂਦ ਹੈ। ਜਿਹੜੇ ਮੈਮਲਸ ਹੈ, ਜਿਹੜੇ ਬੱਚੇ ਦੇ ਜੂਨ ਵਿੱਚ ਜਨਮ ਲੈਂਦੇ ਆ, ਉਹਨਾਂ ਵਿੱਚ 4 ਹੈ। ਅੰਡੇ ਦੇ ਵਿੱਚੋਂ ਜਨਮ ਲੈਂਦੇ ਆ, ਉਹਨਾਂ ਵਿੱਚ 3 ਹੈ, ਔਰ ਫਿਰ 2 ਔਰ 1। ਅੰਤ ਵਿੱਚ ਕਰਮਾਂ ਦਾ ਹਿਸਾਬ ਕਿਤਾਬ ਹੈ। ਆਪਾਂ ਘੱਟ ਤੋਂ ਘੱਟ ਕਰਮ ਇਕੱਠਮ ਕਰ ਹਰੇਕ ਸਵਾਸ ਦੇ ਨਾਲ, ਹਰੇਕ ਕਦਮ ਦੇ ਨਾਲ ਕਰਮ ਬਣਨਗੇ। ਮਗਰ ਜਿਵੇਂ ਮੈਂ ਅਰਜ਼ ਕੀਤੀ, ਕਈ ਕਰਮ ਹੈਗੇ ਜਿਨ੍ਹਾਂ ਦਾ ਆਪਾਂ ਹਿਸਾਬ ਕਿਤਾਬ ਦੇ ਸਕਦੇ ਹਾਂ ਭਜਨ ਬੰਦਗੀ ਦੇ ਨਾਲ, ਚੰਗੀ ਅਵਸਥਾ ਬਣਾ ਕੇ। ਮਗਰ ਕਈ ਇਹੋ ਜਿਹੇ ਕਰਮ ਹੋਣਗੇ, ਹੁਣ ਦੇਖੋ ਤੁਸੀਂ ਕਿਸੇ ਦੇ ਬਾਗ ਵਿੱਚੋਂ ਜਾ ਕੇ ਫੁੱਲ ਪੁੱਟ ਲਓ, ਠੀਕ ਹੈ, ਉਹ ਤੁਹਾਨੂੰ ਬੁਰੀ ਨਜ਼ਰ ਨਾਲ ਦੇਖੂਗਾ। ਤੁਸੀਂ ਪੱਥਰ ਚੱਕ ਕੇ ਉਹਦੀ ਮੁਰਗੀ ਮਾਰ ਦਿਓ, ਉਹ ਬੁਰਾ ਭਲਾ ਕਹੂਗਾ ਤੁਹਾਨੂੰ। ਘੋੜਾ ਮਾਰ ਦਿਓ, ਕੋਰਟ ਵਿੱਚ ਲੈ ਜਾਊਗਾ। ਉਹਨੂੰ ਮਾਰ ਦਿਓਗੇ ਤਾਂ ਫਾਂਸੀ ਤਾਂ ਅੱਗੇ ਖੜੀ ਹੈ। ਹੁਣ ਹਰ ਵਕਤ ਤੁਸੀਂ ਨੇ ਕਿਸੇ ਨਾ ਕਿਸੇ ਚੀਜ਼ ਦੀ ਹੱਤਿਆ ਕੀਤੀ ਹੈ।
ਮਗਰ ਉਹਦਾ ਜਿਹੜਾ ਰਿਐਕਸ਼ਨ ਸੀ ਉਹ ਅਲੱਗ ਸੀਗਾ ਕਿ ਨਹੀਂ। ਸੋ ਇਸ ਕਰਕੇ ਬੇਟਾ ਕਈ ਚੀਜ਼ਾਂ ਸਾਨੂੰ ਰੋਜ਼ਮਰਾ ਜ਼ਿੰਦਗੀ ਵਿੱਚ ਹੋ ਜਾਣਗੀਆਂ ਸਾਡੇ ਤੋਂ, ਮਗਰ ਜੇ ਆਪਾਂ ਆਪਣੀ ਜ਼ਿੰਦਗੀ ਸਹੀ ਰੱਖਾਂਗੇ, ਸਾਫ਼ ਸੁਥਰੀ ਰੱਖਾਂਗੇ, ਭਜਨ ਸਿਮਰਨ ਕਰਾਂਗੇ, ਉਹਨਾਂ ਬੋਝ ਆਪਾਂ ਚੱਕ ਲਾਂਗੇ। ਮਗਰ ਜੇ ਜ਼ਿਆਦਾ ਬੋਝ ਪੈ ਗਿਆ ਉਹ ਸਾਡੇ ਤੋਂ ਨਹੀਂ ਚੁੱਕਿਆ ਜਾਣਾ। ਬਾਬਾ ਜੀ ਮੇਰਾ ਨੈਕਸਟ ਕੁਐਸਚਨ ਮੇਰੀ ਮੰਮਾ ਦਾ ਹੈ। ਉਹ ਜਦੋਂ ਵੀ ਨਾਮ ਸਿਮਰਨ ਕਰਦੇ ਸੀਗੇ, ਬੈਠਦੇ ਸੀਗੇ, ਤਾਂ 2-3 ਵਾਰੀ ਉਹਨਾਂ ਦੇ ਉੱਪਰ ਸੱਪ ਚੜ੍ਹ ਕੇ ਉਹਨਾਂ ਦੇ ਪੈਰਾਂ ਵਿੱਚ ਲੇਟ ਜਾਂਦਾ ਸੀਗਾ, ਤਾਂ ਉਹਨਾਂ ਦੇ ਮਨ ਵਿੱਚ ਡਰ ਬੈਠ ਗਿਆ। ਹੁਣ ਉਹ ਜਦੋਂ ਵੀ ਬੈਠਦੇ ਆ ਤੇ ਉਹ ਡਰ ਉਹਨਾਂ ਦੇ ਮਨ ਵਿੱਚ ਬੈਠ ਗਿਆ, ਤਾਂ ਉਹ ਭਜਨ ਸਿਮਰਨ ਨਹੀਂ ਕਰ ਪਾਉਂਦੇ। ਬੇਟਾ ਉਹੀ ਗੱਲ ਹੈ, ਗਲਾਸ ਅੱਧਾ ਭਰਿਆ ਕਿ ਅੱਧਾ ਖਾਲੀ ਹੈ। ਉਹ ਸੱਪ ਨੇ ਕੱਟਿਆ ਤਾਂ ਨਹੀਂ, ਤਾਂ ਫਿਰ ਉਹਨਾਂ ਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਹੈ ਕਿ ਮੇਰੇ ਭਜਨ ਸਿਮਰਨ ਨੇ ਸੱਪ ਨੂੰ ਵੀ ਮੇਰੇ ਚਰਨਾਂ 'ਚ ਬਿਠਾਤਾ। ਹੁਣ ਇਹ ਤਾਂ ਦੇਖਣ ਵਾਲੀ ਗੱਲ ਆ ਕਿ ਆਪਾਂ ਕਿਸ ਨਜ਼ਰੀਏ ਦੇ ਨਾਲ ਦੇਖਦੇ ਹਾਂ। ਹਾਂਜੀ, ਜੇ ਤਾਂ ਸੱਪ ਕੱਟਦਾ ਤਾਂ ਦੂਜੀ ਗੱਲ ਸੀਗੀ, ਜਦੋਂ ਸੱਪ ਨੇ ਕੱਟਿਆ ਹੀ ਨਹੀਂ, ਜਾ ਕੇ ਪੈਰਾਂ 'ਚ ਬਹਿ ਗਿਆ, ਉਹਨਾਂ ਨੂੰ ਤਾਂ ਖੁਸ਼ ਹੋਣਾ ਚਾਹੀਦਾ ਕਿ ਮੇਰੇ ਸਭ ਭਜਨ ਸਿਮਰਨ 'ਚ ਇੰਨੀ ਤਾਕਤ ਹੈ। ਬਾਬਾ ਜੀ ਤੁਸੀਂ ਤਾਂ ਮੌਜਾਂ ਹੀ ਲਾਤੀਆਂ। ਕੱਲ੍ਹ ਲੋਹਾਂ ਵਿੱਚ ਤੁਹਾਨੂੰ ਦੇਖ ਕੇ ਬਹੁਤ ਖੁਸ਼ੀ ਹੋਈ, ਜਿੱਦਾਂ ਤੁਸੀਂ ਇੰਨੇ ਖੁਸ਼, ਬਹੁਤ ਖੁਸ਼ੀ ਹੋਈ ਦੇਖ ਕੇ। ਬਾਬਾ ਜੀ ਪੂਰੇ ਸੰਸਾਰ ਤੇ ਦਇਆ ਮੇਰ ਬਣਾਏ ਰੱਖਣਾ। ਬਾਬਾ ਜੀ ਰਾਸਾਂ ਬਾਬਾ ਜੀ ਮੇਰਾ ਭਜਨ ਸਿਮਰਨ ਨਹੀਂ ਬਣਦਾ ਬਾਬਾ ਜੀ। ਉਹ ਆਪਾਂ ਬਣਾਵਾਂਗੇ ਨਾ ਤਾਂ ਬਣੂਗਾ। ਆਪਾਂ ਆਪਣੇ ਵੱਲੋਂ ਬੇਟਾ ਕੋਸ਼ਿਸ਼ ਕਰਨੀ, ਐ ਥੋੜੀ ਬਣਨਾ। ਆਪਾਂ ਆਪਣੇ ਵੱਲੋਂ ਕੋਸ਼ਿਸ਼ ਕਰਨੀ। ਮੈਂ ਤੁਹਾਡੇ ਲਾਇਕ ਨਹੀਂ ਸੀਗੀ ਬਾਬਾ ਜੀ। ਨਹੀਂ ਨਹੀਂ ਨਹੀਂ, ਐ ਨਾ ਸੋਚੋ ਕਦੇ ਮੈਂ ਕਿਹੜਾ ਤੁਹਾਡੇ ਲਾਇਕ ਹਾਂ ਬੇਟਾ। ਨਹੀਂ ਨਹੀਂ ਨਹੀਂ, ਆਪਾਂ ਸਾਰੇ ਇੱਕੋ ਜਿਹੇ। ਤੇ ਟੋਨ ਹਨੂਮਾਨਗੜ੍ਹ ਇੱਕ ਵਾਰੀ ਹੋਰ ਆਣਾ ਜੀ। ਅੱਛਾ, ਨਹੀਂ, ਆਪਾਂ ਬੇਟਾ ਸਾਰੇ ਹੀ ਸੇਵਾਦਾਰ ਹੈ, ਕੋਈ ਵੱਡਾ ਨਹੀਂ ਇੱਥੇ, ਕੋਈ ਛੋਟਾ ਨਹੀਂ ਗਾ, ਠੀਕ ਹੈ ਨਾ। ਜਿਹੜਾ ਸੇਵਾ ਕਰਦਾ ਹੈ ਉਹ ਸਭ ਤੋਂ ਉੱਚਾ ਹੈ। ਸੋ ਤੁਸੀਂ ਸੇਵਾ ਕਰਦੇ ਹੋ, ਤੁਸੀਂ ਉੱਚੇ ਹੋ। ਨਹੀਂ ਬਾਬਾ ਜੀ ਤੁਸੀਂ ਉੱਚੀ ਹੋ। ਨਾ 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 ਨਾ, ਹਾਂ, ਸਦਕੇ ਜਾਵਾਂ ਇਹੋ ਜੀ ਸੰਗਤ ਤੇ ਜਿਹਨੇ ਮੇਰੇ ਨਾਲ ਨਿਭਾਈ। ਸਭ ਤੋਂ ਪਹਿਲਾਂ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਮੇਰੇ ਸਿਰਫ ਦਿਲ ਵਿੱਚ ਇੱਛਾ ਹੋਈ ਸੀ ਕਿ ਮੈਂ ਡੇਰੇ ਆਵਾਂ ਸੇਵਾ ਤੇ, ਪਰ ਤੁਸੀਂ ਮੇਰੇ ਤੇ ਇੰਨੀ ਦਇਆ ਮਿਹਰ ਕੀਤੀ ਕਿ ਮੈਨੂੰ ਆਪਣੇ ਅੱਗੇ ਖੜਾ ਕਰ ਲਿਆ। ਬਾਬਾ ਜੀ ਇੱਕ ਮੇਰੀ ਉੱਤੇ ਹੋਰ ਮਿਹਰ ਕਰੋ ਕਿ ਮੇਰਾ ਭਜਨ ਸਿਮਰਨ ਬਣਨ ਲੱਗ ਜਾਏ। ਬੇਟਾ ਮੈਂ ਨਹੀਂ ਕੋਈ ਕਰ ਸਕਦਾ, ਇਹ ਤੁਹਾਨੂੰ ਆਪ ਕਰਨੀ ਪਊਗੀ। ਅਸੀਂ ਸੋਚਦੇ ਹਾਂ ਕਿ ਇੱਥੇ ਖੜੇ ਹੋ ਕੇ ਮੰਗ ਕੇ ਸਾਨੂੰ ਮਿਲੂਗਾ। ਬੇਟਾ ਉਹਨੇ ਤਾਂ ਜੋ ਦੇਣਾ ਸੀ, ਜਦੋਂ ਇਨਸਾਨ ਦਾ ਜਾਮਾ ਬਖਸ਼ਿਆ ਸੀ, ਸਾਰਾ ਕੁਝ ਹੀ ਦੇਤਾ। ਉਹਨੇ ਨਹੀਂ ਕਿਸੇ ਚੀਜ਼ ਦੀ ਕਸਰ ਛੱਡੀ। ਹੁਣ ਅਸੀਂ ਭਗਤੀ ਕਰਕੇ ਅਸੀਂ ਉਹਦੀ ਕਦਰ ਪਾਣੀ ਹੈ। ਉਸ ਅਵਸਥਾ, ਆਪਣੀ ਅਵਸਥਾ ਨੂੰ ਜਾਗਰਿਤ ਕਰਕੇ ਉਹ ਜਦੋਂ ਸਾਹਮਣੇ ਆਊਗੀ, ਕਦਰ ਕਰਨੀ ਹੈ, ਹਜ਼ਮ ਕਰਨੀ ਹੈ। ਬੇਟਾ ਹੁਣ ਸਾਡੇ ਕਰਨੀ ਦਾ ਵਕਤ ਆ ਗਿਆ। ਉਹਨੇ ਤਾਂ ਸਾਨੂੰ ਬੇਟਾ ਦੇਖੋ ਇਨਸਾਨ ਦਾ ਜਾਮਾ ਵੀ ਬਖਸ਼ਤਾ, ਸਾਡੇ ਅੰਦਰ ਰੂਹਾਨੀਅਤ ਦੀ ਜਾਗ ਕਿ ਅੱਗ ਵੀ ਜਲਾਤੀ, ਸਾਨੂੰ ਨਾਮਦਾਨ ਵੀ ਦੇਤਾ। ਹੁਣ ਅਸੀਂ ਕਮਾਈ ਕਰਨੀ ਹੈ ਨਾ। ਹੁਣ ਜੇ ਤੁਸੀਂ ਕਹੋਗੇ ਜੀ ਮੇਰੇ ਵਾਸਤੇ ਰੋਟੀ ਖਾ ਲਓ, ਮੈਂ ਤੁਹਾਡੇ ਵਾਸਤੇ ਰੋਟੀ ਤਾਂ ਨਹੀਂ ਨਾ ਮੈਂ ਖਾ ਸਕਦਾ, ਉਹ ਤਾਂ ਤੁਹਾਨੂੰ ਆਪ ਖਾਣੀ ਪਊਗੀ। ਮੈਂ ਬਣਾ ਕੇ ਦੇ ਸਕਦਾ, ਮੈਂ ਉਹਦੇ ਗੁਣ ਦੱਸ ਸਕਦਾ, ਪਰ ਖਾਣੀ ਤਾਂ ਤੁਹਾਨੂੰ ਪਊਗੀ। ਸੋ ਭਜਨ ਸਿਮਰਨ ਬੇਟਾ ਤੁਹਾਨੂੰ ਸਾਰਿਆਂ ਨੂੰ ਕਰਨਾ ਪਊਗਾ। ਇਸ ਗਲਤ ਫਹਿਮੀ 'ਚ ਨਾ ਰਹੋ ਕਿ ਸਾਨੂੰ ਕੋਈ ਮੰਗ ਕੇ ਜਾਂ ਕੋਈ ਹੋਰ ਦੇਊਗਾ, ਇਹ ਤਾਂ ਤੁਹਾਨੂੰ ਕਰਨਾ ਪਊਗਾ। ਜੀ ਬਾਬਾ ਜੀ, ਇੱਕ ਅੱਜ ਮੇਰਾ ਬੇਟੀ ਦਾ ਬਰਥਡੇ ਆ, ਉਹਨੂੰ ਬਲੈਸਿੰਗ ਦੇ ਦਿਓ ਆਪਣੀ। ਸਿਰਫ ਇੱਕ ਦਿਨ ਬਲੈਸਿੰਗ ਚਾਹੀਦੀ ਹੈ ਬੇਟਾ। ਬਾਬਾ ਜੀ ਬਾਕੀ ਦਿਨ ਤਾਂ ਤੁਸੀਂ ਦਿੰਦੇ ਹੀ ਹੋ ਜੀ। ਅੱਛਾ, ਇੱਕ ਦਿਨ ਨਹੀਂ ਦਿੰਦਾ, ਇਸ ਕਰਕੇ ਤੁਸੀਂ ਪੁੱਛ ਰਹੇ ਹੋ ਹੈ। ਇਹ ਪੁੱਠੀ ਦੁਨੀਆ ਕਿੱਥੋਂ ਸ਼ੁਰੂ ਹੋ ਗਈ ਬੇਟਾ? ਆਪਾਂ ਨੂੰ ਤਾਂ ਉਹਦੀ ਬਖਸ਼ਿਸ਼ ਰੋਜ਼ ਚਾਹੀਦੀ ਹੈ। ਆਪਾਂ ਕਾਹਨੂੰ ਇਹ ਦਿਨ ਚੁਣਦੇ ਆ, ਮਦਰਸ ਡੇ, ਫਾਦਰਸ ਡੇ, ਬਰਥਡੇ, ਇਹ ਡੇ ਉਹ ਡੇ। ਜੇ ਮੈਂ ਆਪਣੇ ਬੱਚਿਆਂ ਨੂੰ ਜਾਂ ਆਪਣੇ ਮਾਂ-ਬਾਪ ਨੂੰ ਕੁਝ ਦੇਣਾ ਹੈ, ਮੈਨੂੰ ਕੋਈ ਖਾਸ ਦਿਨ ਚਾਹੀਦਾ ਬੇਟਾ। ਖੁਸ਼ੀ ਵਿੱਚ ਮੈਂ ਜਿੱਦਣ ਮਰਜ਼ੀ ਦੇਵਾਂ। ਅਸੀਂ ਕਿਉਂ ਇਹ ਬਣਾ ਲਏ ਦਿਨ ਕਿ ਜੀ ਬਸ ਬਰਥਡੇ ਆ ਉਦੋਂ ਨਹੀਂ ਦੇਣਾ ਜਾਂ ਉਦੋਂ ਨਹੀਂ ਹੈਪੀ ਕਹਿਣਾ, ਤਾਂ ਬਾਕੀ ਸਾਰੇ ਦਿਨ ਸੈਡ ਹੋਣੇ ਚਾਹੀਦੇ ਆ? ਨਹੀਂ ਬਾਬਾ ਜੀ ਨਹੀਂ। ਫਿਰ ਬਾਬਾ ਜੀ ਬਹੁਤ ਖੁਸ਼ ਹੋਵੇ ਜਦੋਂ ਉਹਨੂੰ ਪਤਾ ਲੱਗੇਗਾ ਕਿ ਮੈਂ ਅੱਜ ਤੁਹਾਡੇ ਅੱਗੇ ਖੜੀ ਹਾਂ। ਰਸਮ बाबा जी मेरा सवाल अपनी पर्सनल लाइफ से रिलेटेड है। सब मेरे हस्बैंड स्मोकिंग करते हैं, ड्रिंकिंग करते हैं, जिसके कारण मुझे बहुत गुस्सा आता है और घर का माहौल बदल जाता है। मेरी दोनों बेटियों भी डिस्टर्ब रहती हैं इस कारण।
तो वो उनमें इतनी ताकत नहीं है कि वो अब इन आदतों को छोड़ दें। पर आप तो जानी जान हो, आप जगत पिता हो, आप सब कुछ कर सकते हो पापा जी, प्लीज़। बेटा देखो, जितने आप गिले शिकवे करेंगे, जितना उनको कहेंगे ना, उतना रिएक्शन होगा। अब कोई भी चीज़ जिसकी आदत पड़ जाए ना, उसको छोड़ने के लिए कोई ना कोई हमें प्रेरणा चाहिए बेटा। मन बहुत ताकतवर है। जब तक मन को किसी चीज़ की कमी महसूस नहीं होगी ना, मन कभी भी नहीं छोड़ेगा और कभी भी नहीं सही रास्ते पे चलेगा। आप घर का ऐसा वातावरण बनाएं, कोई गिला शिकवा नहीं करना, कोई उनको कुछ नहीं कहना। घर का वातावरण ऐसा प्रेम का बनाएं कि अपने आप उनको उस चीज़ का एहसास हो कि मैंने भी इनके लिए कुछ कुर्बानी देनी है, मगर लफ्ज़ों के साथ नहीं बेटा। पापा जी, मुझे अपने नामदान मिलने पर बहुत अहंकार है मुझ में, प्लीज़ मेरे इस अहंकार को ख़त्म कर दो। बेटा किस चीज़ का अहंकार है अपन, किस चीज़ का बेटा? अपन तो निम्रता चाहिए है बेटा। भजन सिमरन का मकसद है कि मन में निम्रता आए, मन झुकना सीखे। अगर ये अहंकार की तरफ लेके जाएगा बेटा, फिर क्या मकसद हुआ भजन सिमरन का? हम तो सबसे नीचे हैं। कभी भी बेटा अहंकार नहीं होना चाहिए। ये सोचो कि हम तो सभी के सेवादार हैं, हमारे में सबसे ज़्यादा औगन है, और इसलिए हमने अपनी सेवा के ज़रिए अपना बर्तन साफ करना है और अपने आप को मालिक के लायक बनाना है। भिखारी की क्या औकात होती है बेटा? अब भिखारी कहे कि मेरे मन में अहंकार है, अरे तू भीख मांग रहा है, हाथ फैला रहा है, तो किस चीज़ का अहंकार? थैंक यू पापा जी। मेरा स्वामी, मेरी इंजीनियर बनने की इच्छा वा। हाँ जी, इंजीनियर बनने की इच्छा वा। इंजीनियर दी? हाँ जी। अभी तो फिर पढ़ाई करो ना, मेहनत करो। पढ़ाई ते मेरा मन नहीं लगता, सेवा 'ਚ बहुत मन का लगता। नहीं बेटा, ਆਪਾਂ ਨੂੰ देखो ਦੁਨੀਆ ਨੇ ਕਈ ਰੀਤ ਰਿਵਾਜ ਬਣਾਏ ਹੋਏ ਹੈਗੇ ਬੇਟਾ। ਹੁਣ ਜਿੰਨਾ ਚਿਰ ਆਪਾਂ ਪੜ੍ਹਾਈ ਕਰਕੇ ਥੋੜਾ ਜਿਹਾ ਸਿੱਖਾਂਗੇ ਨਹੀਂ ਤਾਂ ਫਿਰ ਕਿਵੇਂ ਇੰਜੀਨੀਅਰ ਬਣਾਂਗੇ ਬੇਟਾ? ਜੇ ਤੁਸੀਂ ਪੜ੍ਹਾਈ ਕਰਕੇ ਇੰਜੀਨੀਅਰ ਬਣ ਗਏ ਤਾਂ ਹੋਰ ਵੀ ਸੇਵਾ ਕਰ ਸਕਦੇ ਹੋ, ਹੋਰ ਚੰਗੀ ਸੇਵਾ ਆਪਾਂ ਨੂੰ ਮਿਲੂਗੀ ਬੇਟਾ। ਹਾਂਜੀ। ਨਹੀਂ? ਹਾਂਜੀ। ਤੁਸੀਂ ਸੋਚੋ ਕਿ ਮੈਂ ਚੰਗੀ ਤਰ੍ਹਾਂ ਸੇਵਾ ਕਰੂੰਗਾ, ਇਸ ਕਰਕੇ ਪੜ੍ਹਾਈ ਕਰਕੇ ਮੈਂ ਇੰਜੀਨੀਅਰ ਬਣੂੰਗਾ। ਹਾਂਜੀ। अभी दया मेरे बनाई रखना, तो हमेशा मैंने अपनी सेवा नाल जोड़ी रखी हूँ। राधा। हाँ बाबा जी, बहुत ज़्यादा टेंशन है, आपको सब पता है, आगे का ऑप्शन नहीं पता लग रहा क्या करूं। नहीं बेटा देखो, टेंशन के साथ बेटा हमें हल तो नहीं मिलता। अगर हम पीछे हट के सोच विचार करें, इंसान बेटा चिंता ताकि कीजिए जो अनहोनी होए। हम अपनी तरफ से बेटा थोड़ा सा सोच विचार करके हम कदम हमने उठाना है, होगा वही जो मालिक चाहेगा। अब इतना फिक्र करें, इतना फिक्र करें कि अपना संतुलन खो बैठे, तो हमको सियाना कौन कहेगा बेटा? चिंता के साथ इंसान कोई ना कोई कहीं ना कहीं गलत कदम उठा लेता है। तो इसलिए बेटा थोड़ा सा सोच विचार करें, थोड़ी सी सलाह लेके अगला कदम उठाएंगे। बाकी जो मालिक चाहेगा होगा तो वही। बाबा जी मुझे यही सेवा दे दो परमानेंट प्लीज। नहीं दुनिया के में चलूगी जो सारे ही डेरे रहेंगे तो बेटा वो भी बात हो जाएगी। हम उस मुकाम तक पहुंचे, मगर पहले जिंदगी का सामना करना सीखे ना। थक चुकी हूँ, वो तो हो गया। कोई ना बेटा, सच में हिम्मत रखे। हमने जिंदगी से भागना नहीं है, हमने जिंदगी का सामना करना है बेटा। और अगर हम हिम्मत रखेंगे, जिंदगी का सामना करेंगे बेटा, अपने आप मालिक की बख्शिश होगी और जो चाहेंगे वो होगा। हाँ जी, बाबा जी की वजह से गुस्से में होती हूँ। मेरे को तो वैसे ही बहुत गुस्सा आता है, बहुत ज़्यादा। शायद तो भी ऐसी हूँ, पतली बोलती सब हर कोई मानती हूँ इस चीज़ को। टेंशन बहुत रही। नहीं तो गुस्सा करना मेरे से काट लिया कर। नहीं कभी भी नहीं। तो ना कई बार मैं आपसे अपने लैंग्वेज में बात करती हूँ, बाहर लैंग्वेज में, तो आप समझ जाते हो ना, आंसर तो मिल जाता है। मेरे को ऐसा नहीं है। आप मत फिक्र करें। और बाबा जी पापा मम्मी बहुत अच्छे हैं, बहुत ज़्यादा। पापा को देखती हूँ ना तो आपका फेस दिखता है। अगर मैं उनके कहने पे चलती ना सब ठीक होता। मैंने नहीं चली, मेरी गलती थी, मैं मानती हूँ इस चीज़ को, पर मेरा आप साथ दे दो। मेरे को कुछ नहीं, उन्होंने बोला है तू जो करना चाहती बेटा कर ले।
तू बाबा जी के पास रह ले, सब परमिशन मिल गई, सिर्फ एक डिसीजन है, अगर आपने उसमें मेरा साथ दे दिया तो मैं आपके पास रहना चाहती हूँ। सच में नाम भी मिल गया, सब कुछ हो गया, टेंशन भी ले ली, बस आप चाहिए। बेटा सही कदम उठाएं। हम कई बारी ना जल्दबाजी करते हैं बेटा, ज़िंदगी में बहुत उतार चढ़ाव आएंगे, जल्दबाजी में कोई कदम ना उठाएं बेटा। माँ बाप हमारे दुश्मन नहीं है बेटा, माँ बाप हर वक्त हमारा भला चाहते हैं, इसलिए जो भी कदम उठाना है माँ बाप के साथ सलाह करो, उसका अच्छा बुरा देख के फिर कदम उठाओ। ਬਾਬਾ ਜੀ ਲਾਈਫ ਦੇ ਵਿੱਚ ਸਾਡੇ ਨਾਲ ਚੰਗਾ ਵੀ ਹੁੰਦਾ ਜੀ, ਮਾੜਾ ਵੀ ਹੁੰਦਾ, ਅਤੇ ਫਿਰ ਆਪਾਂ ਕਹਿ ਲੈਂਦੇ ਜੀ ਇਹ ਕਰਮਾਂ ਦਾ ਹਿਸਾਬ ਕਿਤਾਬ ਹੈ। ਅਤੇ ਬਾਬਾ ਜੀ ਜਿਹੜਾ ਆਪਾਂ ਸਿਮਰਨ ਕਰਦੇ ਹਾਂ ਫਿਰ ਉਹ ਕਿਸ ਲਈ ਹੈ ਜੀ? बेटा जो भी किस्मत है ना, अपनी किस्मत कर्मां दे उत्ते बनी है। जो पहला आपां कीता, ठीक है ना, कर्म कीते वो सारे इकट्ठे होके साडी किस्मत विच बन गए। किस्मत ने एक मुकाम ते लिया के तुहानूं खड़ा करता है। हुण तुहाडे उत्ते हैगा, तुसीं सही रस्ता अपना सकदे हो, गलत रस्ता अपना सकदे हो। सही अपनाओगे कर्म खत्म हो जाऊगा, गलत अपनाओगे एक नवां सिलसिला शुरू हो जाऊगा बेटा। सो जिथे भजन सिमरन की गल है बेटा, भजन सिमरन के नाल आपां शब्द के नाल जोड़ना है। शब्द वो ताकत है बिना बेटा जिन्हें सारी सृष्टि नूं बनाया है। नामो उपजे नामो बिनसे, तो जे वो ताकत सानू मिल जाए तो साडी भी ताकत वध जूगी बेटा। सो ताकत वध जूगी, दुनिया का सामना करना आसान हो जूगा। रस सच्चे पातशाह शुक्र है जी, मैं थोड़े दर ते फरियाद करना है जी। ਮੈਨੂੰ ਨਾ ਜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਤੰਗ ਕਰਕੇ ਰੱਖਿਆ ਹੋਇਆ ਜੀ, ਅਤੇ ਤੁਸੀਂ ਤਾਂ ਡਾਕਟਰ ਹੋ ਜੀ, ਸਾਰਾ ਕੁਛ ਹੋ, ਅਤੇ ਇਲਾਜ ਕਰੋ ਜੀ ਵੀ ਜਿਹੜੀ ਇਹ ਮੈਂ ਕਰਦਾ ਜੀ ਬਸ ਤੂੰ ਕਰਾਂ ਜੀ ਬਸ। बेटा देखो इन्हां चीज़ों नाल आपां सारे ही उलझ रहे हैं, ठीक है ना। क्यों उलझ रहे हैं? ये जिहड़ी आपां निचलियां जूनां चों आए हैं ना बेटा, ये उन्हां दे प्रभाव है। मालिक ने आपां नूं मौका दिता, नाल मालिक ने इंसान का जामा बख्श के सानू विवेक की ताकत देती कि आपां अच्छा और बुरा पहचान कर सकीए बेटा। हुण जे आपां अपना भला नहीं देखांगे तो होर कोई अपना भला थोड़ी करूगा बेटा। सो सानू देखना चाहिए, हरेक चीज़ का एक हद हुंदी है बेटा और लक्ष्य हुंदा है। हुण कदे भी तुसी कोई सफ़र शुरू करोगे जिहदा कोई किसी की हद ही नहीं गी तो कोई लक्ष्य ही नहीं गा। कदे कोई इहो जिहा कारोबार करोगे जिहदा पता ही नहीं कि होऊगा। सो आपां नूं सोच समझ के चलना चाहिए बेटा। मैं ये नहीं कहता, हर एक चीज़ का वक्त हुंदा है, वक्त के नाल चलो बेटा। जे वक्त के नाल चलांगे बेटा हर एक चीज़ विचों खुशी मिलूगी। जल्दबाजी करोगे बेटा अपना नुकसान करके बह जाते हैं आप। और बेटा ये आपां करना है, कोई होर नहीं साडे वास्ते कर सकता। मालिक ने इसे करके विवेक की ताकत दी है कि आपां सोच विचार करिए और सोच के कदम चुकीए, बजाए दे के सारे कर रहे हैं तो मैं भी नाल जुड़ गया, तो बेटा बोझ तो फिर सानू ही चुकना पऊगा। सोच समझ के। ਬਾਬਾ ਜੀ ਮੈਂ ਨਾ ਤੁਹਾਡੇ ਦਰ 'ਤੇ ਹੀ ਭੀਖ ਮੰਗਣ ਆਏ ਵੀ ਮੈਨੂੰ ਤੁਸੀਂ ਚਾਹੀਦੇ ਜੀ, ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਜੀ। ਕਾਹਨੂੰ ਭੀਖ ਮੰਗਦਾ बेटा, ਆਪਾਂ ਉਸ ਤੋਂ ਮੰਗਣਾ ਹੈ। ਤੁਸੀਂ ਆਏ ਜੀ ਸਾਰਾ ਕੁਝ ਤੁਹਾਡੇ ਹੀ ਮੰਗਣਾ ਜੀ। ਨਹੀਂ ਆਪਾਂ ਸਭ ਉਸ ਅਕਾਲ ਪੁਰਖ ਤੋਂ ਲੈਣਾ ਬੇਟਾ। ਬਾਬਾ ਜੀ ਆਪਣੇ ਮੈਲੇ ਪੁੱਤ ਨੂੰ ਜੀ ਆਪਣੇ ਗੂੜੇ ਰੰਗ ਵਿੱਚ ਰੰਗ ਦਿਓ ਜੀ। ਕੋਈ ਮੈਲਾ ਨਹੀਂ ਮੇਰੇ ਵਾਸਤੇ ਬੇਟਾ, ਕੋਈ ਮੈਲਾ ਨਹੀਂਗਾ। ਸਿਰਫ ਵਕਤ ਦੀ ਗੱਲ ਹੁੰਦੀ ਹੈ। ਆਪਾਂ ਬੇਟਾ ਜਵਾਨੀ ਵਿੱਚ ਸਾਰੇ ਹੀ ਇਸ ਦੌਰ ਵਿੱਚੋਂ ਨਿਕਲੇ ਹਾਂ। ਸੋ ਕੋਈ ਵੀ ਇਹੋ ਜਿਹਾ ਇਨਸਾਨ ਨਹੀਂ ਜਿਹਨੇ ਕੋਈ ਗਲਤੀ ਨਹੀਂ ਕੀਤੀ ਹੋਵੇ, ਮਰ ਗਲਤੀਆਂ ਤੋਂ ਸਿੱਖੀਏ ਬੇਟਾ। ਜੇ ਸਿੱਖ ਕੇ ਸਹੀ ਰਸਤਾ ਅਪਣਾਵਾਂਗੇ ਬੇਟਾ, ਕਦਰ ਕਰਾਂਗੇ, ਉਹਦੀ ਬਖਸ਼ਿਸ਼ ਹੀ ਬਖਸ਼ਿਸ਼ ਹੈ। ਬਾਬਾ ਜੀ ਮੇਰਾ ਇੰਨਾ ਵਿਸ਼ਵਾਸ ਪੱਕਾ ਬਣਾ ਦਿਓ ਕਿ ਜੇ ਤੁਸੀਂ ਸੂਰਜ ਵੱਲ ਇਸ਼ਾਰਾ ਕਰਕੇ ਕਹੋ ਨਾ ਜੀ ਇਹ ਸੂਰਜ ਨਹੀਂ ਇਹ ਚੰਦਰਮਾ ਹੈ ਜੀ, ਮੈਂ ਬਿਨਾਂ ਕੋਈ ਸਵਾਲ ਪੈਦਾ ਹੋਏ ਮੰਨ ਲਵਾਂ ਜੀ। ਇੰਨਾ ਵਿਸ਼ਵਾਸ ਪੱਕਾ ਬਣਾ ਦਿਓ ਜੀ, ਅਤੇ ਆਪਣੇ ਜਿਹੜੇ ਤੁਸੀਂ ਹੁਕਮ ਕਰਦੇ ਜੀ ਉਹਦੀ ਪਾਲਣਾ ਕਰ ਸਕਾਂ ਜੀ। ਸ਼ੁਕਰ ਹੈ ਸੱਚੇ ਪਾਤਸ਼ਾਹ, ਭੁੱਲਣਾ ਨਾ ਬਖਸ਼ ਲਈ। ਮੈਂ ਬਾਈ ਦੋ ਸਵਾਲਾਂ ਤੋਂ ਪਹਿਲਾਂ ਇੱਕ ਸਲੂਟ ਮਾਰਨਾ ਚਾਹੁੰਦਾ ਜੀ। ਇੱਕ ਤਾਂ ਪਹਿਲਾਂ ਤੁਹਾਨੂੰ ਤਾਂ ਹੈਗਾ ਹੀ ਹੈਗਾ ਜੀ, ਇੱਕ ਤੁਹਾਡੀਆਂ ਬੱਚੀਆਂ ਜਿਨ੍ਹਾਂ 'ਚ ਇੰਨਾ ਤੁਸੀਂ ਜਜ਼ਬਾ ਭਰਿਆ ਸੇਵਾ ਦਾ। ਪਰਸੋਂ ਮੇਰੀ ਸੱਸ ਦੀ ਡੈਥ ਹੋ ਗਈ ਸੀ ਜੀ। ਇੱਥੇ ਮੈਨੂੰ ਸਨੈਕ ਬਾਰ ਤੋਂ ਮੈਸੇਜ ਮਿਲਿਆ ਅਤੇ ਮੈਂ ਵਾਈਫ ਨਾਲ ਗੱਲ ਕੀਤੀ ਅਤੇ ਮੇਰੀ ਵਾਈਫ ਕਹਿੰਦੀ ਤੁਸੀਂ ਸੇਵਾ ਨਹੀਂ ਛੱਡ ਕੇ ਆਉਣਾ। ਕਹਿੰਦੀ ਮੇਰੀਆਂ ਅੱਖਾਂ 'ਚੋਂ ਪਾਣੀ ਆ ਗਿਆ। ਤੁਹਾਡੀਆਂ ਧੀਆਂ ਨੂੰ ਸਲੂਟ ਮਾਰਨਾ ਚਾਹੁੰਦਾ ਬਾਬਾ ਜੀ, ਇਹੋ ਜਿਹਾ ਜਜ਼ਬਾ ਜਿਹੜਾ ਤੁਸੀਂ ਉਹਨਾਂ ਭਰਿਆ ਬਾਬਾ। ਦੂਜਾ
ਮੈਂ ਦੇਖੋ ਜੇ ਮੈਂ ਰਾਜ ਕਰੂੰਗਾ ਨਾ ਇਹਨਾਂ ਬੇਟੀਆਂ ਦੇ ਸਿਰ ਦੇ ਉੱਤੇ ਕਰੂੰਗਾ। ਇਹ ਮੁੰਡੇ ਤਾਂ ਫਿਸਲ ਜਾਂਦੇ ਆ। ਹਾਂ, ਬੇਟੀਆਂ ਨਹੀਂ ਮੇਰੀਆਂ ਫਿਸਲਦੀਆਂ। ਇਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ। ਤੁਸੀਂ ਦੇਖੋਗੇ ਕੋਵਿਡ ਵਿੱਚ ਨਾ ਜਿਹੜੇ ਕੋਵਿਡ ਨੂੰ ਕਾਬੂ ਕਰ ਸਕੇ ਜਿਹੜੇ ਦੇਸ਼, ਹਾਂਜੀ 5-6 ਦੇਸ਼ ਹੈ, ਸਾਰੀਆਂ ਦੀਆਂ ਜਿਹੜੀਆਂ ਲੀਡਰਸ ਹੈ ਨਾ ਔਰਤਾਂ। ਹਾਂਜੀ ਤੋ ਇਸ ਕਰਕੇ ਬੀਬੀਆਂ ਨੂੰ ਅੱਗੇ ਰੱਖੋ। ਦੂਸਰੀ ਸਵਾਲ ਤਾਂ ਕੋਈ ਨਹੀਂ, ਬੇਨਤੀ ਹੈ ਜੀ ਕਿ ਸਾਡੇ ਮੀਰਾਬਾਈ ਤੋਂ ਲੈ ਕੇ ਗੁਰੂ ਨਾਨਕ ਦੇਵ ਜੀ ਤੱਕ ਮਿਊਜ਼ਿਕ ਵਿੱਚ ਨਾਲ ਉਹਨਾਂ ਨੇ ਨਾਲ ਰੱਖਿਆ ਆਪਣੇ ਆਪ 'ਚ ਪਰਮਾਰਥ ਦੇ ਵਿੱਚ। ਤੇ ਇੱਕ ਹੀ ਐਕਸਪੈਰੀਮੈਂਟ ਆਪਣੇ ਜਿਹੜੇ ਸ਼ਬਦ ਆਪਣੇ ਰਾਧਾ ਸੁਆਮੀ ਆਪਾਂ ਮੱਦੇ ਜਿਹੜੇ ਸੁਣਦੇ ਹਾਂ ਕਿ ਉਹਨਾਂ ਦੇ ਵਿੱਚ ਮਿਊਜ਼ਿਕ ਦਾ ਐਕਸਪੈਰੀਮੈਂਟ ਹੋ ਸਕਦਾ, ਕਿਉਂਕਿ ਮਿਊਜ਼ਿਕ ਦਾ ਇੱਕ ਕਹਿੰਦੇ ਵੀ ਇੱਕ ਟੈਨਸ਼ਨ ਨੂੰ ਦੂਰ ਕਰਦਾ, ਸਟ੍ਰੈਸ ਦੂਰ ਕਰਦਾ, ਡਿਪਰੈਸ਼ਨ ਜਦੋਂ ਹੁੰਦੇ ਤੇ ਸਹਾਈ ਹੁੰਦਾ ਜੀ। ਬੇਟੇ ਇਹਦੇ 'ਚ 2 ਗੱਲਾਂ ਹੈਗੀਆਂ। ਇੱਕ ਤਾਂ ਕਈ ਵਾਰੀ ਨਾ ਮਿਊਜ਼ਿਕ ਜ਼ਿਆਦਾ ਹਾਵੀ ਹੋ ਜਾਂਦਾ ਹੈ ਤਾਂ ਜੋ ਮੈਸੇਜ ਹੈ ਉਹਨੂੰ ਆਪਾਂ ਭੁੱਲ ਜਾਂਦੇ ਹਾਂ, ਧਿਆਨ ਨਾ ਉਹ ਮਿਊਜ਼ਿਕ ਵੱਲ ਚਲੇ ਜਾਂਦਾ ਹੈਗਾ। ਅਸਲ ਤਾਂ ਜੋ ਬੋਲ ਹੈਗੇ ਹੈ, ਜੋ ਲਫ਼ਜ਼ ਉਹਨਾਂ ਵਿੱਚ ਹੈ ਨਾ। ਹਾਂਜੀ ਪਹਿਲੇ ਜ਼ਮਾਨੇ ਵਿੱਚ ਨਾ ਜੋ ਵੀ ਹੁਣ ਜਿਵੇਂ ਪਹਿਲੀ ਪਾਤਸ਼ਾਹੀ ਹੈ ਉਹਨਾਂ ਨੇ ਰਾਗਾਂ ਵਿੱਚ ਸਾਰਾ ਕੁਛ ਕੀਤਾ ਸੀ। ਰਾਗ ਦਾ ਆਪਣਾ ਅਸਰ ਹੁੰਦਾ ਹੈ ਉਹ ਮਾਹੌਲ ਬਣਾਉਣ ਵਾਸਤੇ। ਇਸ ਵਕਤ ਜਿਹੜਾ ਸਾਡਾ ਮਿਊਜ਼ਿਕ ਹੈ ਜਾਂ ਜਿਸ ਤਰਫ ਆਪਾਂ ਮਿਊਜ਼ਿਕ ਲੈ ਕੇ ਜਾ ਰਹੇ ਹਾਂ ਉਹ ਸ਼ੋਰ ਹੀ ਹੈ, ਉਹਦੇ 'ਚ ਹੈ ਨਹੀਂ ਕੋਈ ਰਾਗ ਰੂਗ ਦਾ ਹਿਸਾਬ ਕਿਤਾਬ। ਬਾਬਾ ਜੀ ਸੋ ਆਪਾਂ ਧਿਆਨ ਨਾ ਲਫ਼ਜ਼ਾਂ ਉੱਤੇ ਰੱਖਣਾ ਬੇਟਾ। ਲਫ਼ਜ਼ਾਂ ਦੇ ਉੱਤੇ ਰੱਖ ਕੇ ਅੰਤ ਵਿੱਚ ਸੁਣਨਾ ਆਪਾਂ ਤੁਹਾਨੂੰ ਹੈ, ਉਹਨੂੰ ਸੈਲੈਸਟੀਅਲ ਸਾਊਂਡ ਕਹਿੰਦੇ ਆ, ਰੀਅਲ ਮਿਊਜ਼ਿਕ। ਪਹੁੰਚਣਾ ਉੱਥੇ ਹੀ ਹੈ ਆਪਾਂ, ਠੀਕ ਹੈ ਨਾ। ਲਫ਼ਜ਼ ਸਾਨੂੰ ਸਮਝਾਉਂਦੇ ਹੈ। ਸੋ ਇਸ ਕਰਕੇ ਆਪਾਂ ਹੁਣ ਦੇਖੋ, ਹੁਣ ਇੱਕ ਪਿਕਚਰ ਹੈ, ਉਸ ਪਿਕਚਰ ਦੇ ਉੱਤੇ ਤੁਸੀਂ ਇੰਨਾ ਸੋਹਣਾ ਸੋਨੇ ਦਾ ਫਰੇਮ ਲਾ ਦਿਓ ਤਾਂ ਪਿਕਚਰ ਦੀ ਜਿਹੜੀ ਕੀਮਤ ਆ ਘਟ ਗਈ। ਧਿਆਨ ਫਿਰ ਉੱਧਰ ਜਾਊਗਾ, ਤਸਵੀਰ ਵੱਲ ਨਹੀਂ ਜਾਂਦਾ। ਆਪਾਂ ਆਪਣਾ ਧਿਆਨ ਉਹਨਾਂ ਦੇ ਜੋ ਉਹਨਾਂ ਦੀ ਬਾਣੀ ਹੈ, ਜੋ ਉਹਨਾਂ ਨੇ ਸਮਝਾਇਆ ਉਹਦੇ ਉੱਤੇ ਰੱਖਣਾ ਹੈ, ਕਿ ਬਜਾਏ ਇਹਦੇ ਕਿ ਆਪਾਂ ਕਿ ਕਿਹੜੀ ਧੁਨ ਹੈ ਜੀ, ਬਾਜਾ ਹੈ, ਇਹ ਹੈ, ਉਹ ਹੈ। ਮਕਸਦ ਹੈ ਕਿ ਪਿਆਰ ਦੇ ਨਾਲ ਦਿਲੋਂ ਗਾਈਏ। ਇਸੇ ਕਰਕੇ ਮੈਂ ਇਹੀ ਬੇਨਤੀ ਕਰਦਾ, ਕੋਈ ਕਹਿੰਦਾ ਜੀ ਮੇਰੀ ਆਵਾਜ਼ ਨਹੀਂ ਚੰਗੀ, ਕੋਈ ਫਰਕ ਨਹੀਂ ਪੈਂਦਾ। ਇੱਥੇ ਚੰਗੀ ਬੁਰੀ ਦੀ ਗੱਲ ਨਹੀਂ ਗੀ, ਇੱਥੇ ਤੁਹਾਡੀ ਭਾਵਨਾ ਦੀ ਗੱਲ ਹੈ। ਦਿਲ ਵਿੱਚੋਂ ਗਾਓਗੇ ਬਹੁਤ ਚੰਗਾ। ਇੱਕ ਬਾਬਾ ਜੀ ਜਦੋਂ ਡ੍ਰੀਮ ਸਾਨੂੰ ਕੋਈ ਸੁਪਨੇ ਆਉਂਦੇ ਨਾ, ਕਈ ਚਿਹਰੇ ਨਜ਼ਰ ਆਉਂਦੇ ਆ ਉਹਨਾਂ ਦੇ, ਉਹ ਚਿਹਰੇ ਅਸੀਂ ਜ਼ਿੰਦਗੀ 'ਚ ਕਦੇ ਦੇਖੇ ਨਹੀਂ ਹੁੰਦੇ, ਲੇਕਿਨ ਸ਼ਕਲਾਂ ਡ੍ਰੀਮਸ ਵਿੱਚ ਨਾ ਪਾਇਆ ਕਰੋ ਬੇਟਾ। ਸਬਕੌਨਸ਼ੀਅਸ ਮਾਈਂਡ ਹੈਗਾ, ਕੌਨਸ਼ੀਅਸ ਮਾਈਂਡ ਨੂੰ ਨਹੀਂ ਸਮਝ ਸਕਦੇ। ਜਿਹੜੇ ਚਿਹਰੇ ਰੋਜ਼ ਦੇਖਦੇ ਹੋ ਤੁਹਾਨੂੰ ਉਹਨਾਂ ਦਾ ਪਤਾ ਨਹੀਂ ਗਾ, ਤਾਂ ਉਹ ਡ੍ਰੀਮ ਦੇ ਚਿਹਰਿਆਂ ਨੂੰ ਲੈ ਕੇ ਕੀ ਕਰਨਾ ਆਪਾਂ। थैंक यू बाबा जी। जैसे कहते हैं कि मतलब जन्म और मृत्यु भगवान के हाथ में है, पर बाबा जी जो लोग सुसाइड कर लेते हैं वो मतलब भगवान की तरफ से सिलेक्टेड मौत होती है। हुक्मतुल्ली सबसे बड़ा गुनाह अगर है कोई तो बेटा वो अपनी जान लेने। पर बाबा जो मतलब मांग को लेके कर लेते हैं, जैसे मतलब किसी की कोई मांग होती है और घर वाले बेटा की मंगन च की रखे है बेटा। अब ज़िंदगी में इंसान बहुत कुछ मांगता है, सभी तो पूरा नहीं हो सकता बेटा। अब छोटी छोटी चीज़ों को लेके वो पीछे किसी बच्ची ने सेल फोन के लिए अपनी जान ले ली या कुछ ले लिया, अब क्या हुआ बेटा। अब घर वाले भी दुखी हुए बेटा, अब उसको भी आगे दोबारा जाके जन्म लेना पड़ेगा बेटा। तो हल क्या हुआ। जिस अवस्था में थी हुक्मतुल्ली हुई है, शायद बोझ अपना और बढ़ा लिया और किसी ऐसी अवस्था में आएगी जहाँ और मेहनत करनी पड़ेगी, तो हल तो नहीं हुआ ना। हमें हर वक्त बेटा जिस चीज़ के ऊपर ध्यान रखेंगे ना, प्रॉब्लम के ऊपर ध्यान रखेंगे, प्रॉब्लम बढ़ती जाएगी। हल के ऊपर ध्यान रखेंगे, कहीं ना कहीं ज़रूर हल मिल जाएगा। मगर आगे तो बढ़े, हम क्यों हर वक्त नेगेटिव सोचते हैं। ज़िंदगी बेटा इतनी अच्छी दी है, मालिक ने इतना कुछ दिया है, उनको इंसान क्यों नहीं देखता। चीनियों का एक मुहावरा है कि मेरे को अफसोस था कि मेरे पास जूते नहीं थे, मगर फिर मैं किसी को देखा जिसके पास पैर नहीं था। कदर करो बेटा जो मालिक ने दिया है। बाबा जी गीता में लिखा है कि कर्म ही पूजा है, तो बाबा जी मेरे लिए असली पूजा फिर क्या हुई। करनी है आपकी बेटा, कर्म ही पूजा है। हाँ तो कर्म करनी है ना।
कर्म तो एक अवस्था में लेके आता है, अब उसके आगे जो आप करेंगे वो कर्म है, ठीक है ना। वो पुराने कर्मों का हिसाब किताब उसने एक अवस्था बना दी, अब जो करेंगे। सो जो आप करते हो वो आपका सच्चा धर्म है, कर्म प्रधान। बाबा जी। बाबा जी, मेरा पहला क्वेश्चन ये है कि मुझे दिल्ली से नामदान मिला था, तो आपने कहा था कि जो भूल जाओ तो जो जिसे ब्याज से मिला है तो उनसे पूछ सकते हो, लेकिन बताओगे नहीं। तो मेरी माँ ने मुझसे पूछा था भजन के बारे में, तो मैंने बता दिया, तो उस दिन से मुझे कुछ सुनाई नहीं देता। नहीं बेटा, ऐसी बात नहीं होती। लेकिन नहीं बेटा, मालिक कोई चीज़ दे के वापस नहीं लेता, ठीक है ना। मगर दूसरी तरफ हमें भी हज़म करना चाहिए। खाना खाती हैं, हज़म करती हैं, तभी तो ताकत मिलेगी ना। सो जो चीज़ बताई जाती है किसी वजह से बताई जाती है। दिल्ली से ब्यास से वो कोई फ़र्क नहीं पड़ता, मगर बेहतर यही होता कि वो किसी बुज़ुर्ग के पास जाके उनसे बात करते। दूसरा क्वेश्चन बाबा जी ये है कि मेरे पति को नामदान मिला था, तो उन्होंने एक साल भजन सिमरन किया था, उसके बाद उन्होंने छोड़ दिया। माहौल बहुत अच्छा था, लेकिन जब छोड़ दिया तो बहुत माहौल ख़राब हो गया, और वो सत्संग और सुनना पसंद नहीं करते, जाते नहीं हैं, कुछ भी नहीं है, वो परेशान करते हैं बहुत ज़्यादा। नहीं देखो, हमने नहीं गिले शिकवे रखने, आप अपनी जिम्मेवारी निभाएं, ठीक है ना। ये हर एक इंसान का अपना रिश्ता है मालिक के साथ। आपने कुछ नहीं कहना उनको, आप घर में अपनी जिम्मेवारी निभाएं, घर में माहौल अच्छा रखें और प्यार दें उनको, अपने आप मालिक उनको समत बख्शेगा। ਬਾਬਾ ਜੀ, ਮੇਰਾ ਬੇਟਾ ਜੀ 3.5 ਸਾਲ ਦਾ ਹੋ ਗਿਆ ਜੀ, ਬਾਕੀ ਬੱਚਿਆਂ ਦੀ ਤਰ੍ਹਾਂ ਜੀ ਐਕਟਿਵ ਨਹੀਂ ਹੈ ਉਹ। ਤੇ ਬਾਕੀ ਚਾਚੀਆਂ ਤਾਈਆਂ ਸਭ ਵਾਈਫ ਨੂੰ ਕਹਿੰਦੀਆਂ ਵੀ ਤੁਸੀਂ ਵੀ ਆਪਣੇ ਦਾਦੀ ਜੀ ਫਲਾਨੀ ਦਰਗਾਹ ਤੇ ਜਾਂਦੇ ਸੀਗੇ, ਉੱਥੇ ਮਾਤਾ ਦੇ ਜਾਂਦੇ ਸੀਗੇ, ਵੀ ਤੁਸੀਂ ਵੀ ਜਾਓ, ਕੀ ਪਤਾ ਭਲਾ ਹੋ ਜਾਵੇ। ਪਰ ਬਾਬਾ ਜੀ ਸਾਡਾ ਮਨ ਨਹੀਂ ਮੰਨਦਾ ਵੀ ਅਸੀਂ ਕਿਤੇ ਜਾਈਏ। ਨਹੀਂ ਬੇਟਾ, ਇਹਨਾਂ ਚੀਜ਼ਾਂ ਦੇ ਵਿੱਚ ਕੁਛ ਨਹੀਂ ਰੱਖਿਆ। ਦੇਖੋ, ਹਰੇਕ ਇਨਸਾਨ, ਹਰੇਕ ਆਤਮਾ ਆਪਣੀ ਕਿਸਮਤ ਨਾਲ ਲੈ ਕੇ ਆਉਂਦੀ ਹੈ ਬੇਟਾ। ਆਪਾਂ ਤਾਂ ਉਹਦੇ ਭਾਣੇ 'ਚ ਰਹਿਣਾ ਹੈਗਾ, ਠੀਕ ਹੈ। ਜੋ ਉਹਨੂੰ ਮਨਜ਼ੂਰ ਹੈ ਸਾਡੇ ਵਾਸਤੇ ਉਹੀ ਸਿਰ ਮੱਥੇ 'ਤੇ। ਇਸ ਕਰਕੇ ਆਪਾਂ ਡੋਲਣਾ ਨਹੀਂਗਾ, ਆਪਾਂ ਬਾਹਰ ਮੁਖੀ ਸਾਧਨਾਂ ਵਿੱਚ ਨਹੀਂ ਪੈਣਾ, ਨਹੀਂ ਤਾਂ ਬੋਝ ਆਪਣਾ ਵਧੂਗਾ, ਘਟੂਗਾ ਨਹੀਂ ਬੇਟਾ। ਸੋ ਆਪਣਾ ਵਿਸ਼ਵਾਸ ਰੱਖੋ, ਮਾਲਕ ਦੇ ਭਾਣੇ ਵਿੱਚ ਰਹੋ, ਆਪਣੇ ਆਪ ਉਹਦੀ ਬਖਸ਼ਿਸ਼ ਹੋਊਗੀ। ਬਾਬਾ ਜੀ, ਹਜੂਰ ਮਹਾਰਾਜ ਜੀ ਤੋਂ ਨਾਮਦਾਨ ਦੀ ਬਖਸ਼ਿਸ਼ ਹੋਈ ਸੀ ਸੱਚੇ ਪਾਤਸ਼ਾਹ ਉਦੋਂ ਇਹੀ ਸ਼ੌਂਕ ਪੈਦਾ ਹੋਇਆ ਸੀਗਾ ਕਿ ਮੈਂ ਅੰਦਰੋਂ ਦਰਸ਼ਨ ਕਰਨੇ ਆ, ਅੰਦਰੋਂ ਸਾਰਾ ਕੁਝ ਦੇਖਣਾ। ਸੱਚੇ ਪਾਤਸ਼ਾਹ ਉਸ ਟਾਈਮ ਮੈਨੂੰ ਪਤਾ ਨਹੀਂ ਸੀਗਾ, ਮੇਰੀ ਸ਼ਾਇਦ ਛੋਟੀ ਉਮਰ ਸੀਗੀ, ਅਤੇ ਮੈਂ ਇਹੀ ਸੋਚਦੀ ਸੀ ਕਿ ਮੈਂ ਭਜਨ ਸਿਮਰਨ ਰੱਜ ਕੇ ਕਰਾਂਗੀ ਅਤੇ ਮੈਂ ਅੰਦਰੋਂ ਦਰਸ਼ਨ ਕਰਾਂਗੀ। ਸੱਚੇ ਪਾਤਸ਼ਾਹ ਬਹੁਤ ਟਾਈਮ ਹੋ ਗਿਆ ਸੱਚੇ ਪਾਤਸ਼ਾਹ ਭਜਨ ਸਿਮਰਨ, ਸੱਚੇ ਪਾਤਸ਼ਾਹ ਸਿਮਰਨ ਤਾਂ ਦਿਨ ਰਾਤ ਚੱਲਦਾ ਆ। ਸੱਚੇ ਪਾਤਸ਼ਾਹ ਧੁਨ ਧਿਆਨ, ਸੱਚੇ ਪਾਤਸ਼ਾਹ ਸਥਿਰ ਨਹੀਂ, ਸੱਚੇ ਪਾਤਸ਼ਾਹ ਦਇਆ ਕਰੋ ਸਥਿਰ ਹੋ ਜਾਏ। ਬੇਟਾ ਦੇਖੋ, ਜਿੱਥੇ ਤੱਕ ਧੁੰਨ ਦਾ ਔਰ ਪ੍ਰਕਾਸ਼ ਦਾ ਸਵਾਲ ਹੈ ਨਾ, ਉਹ ਆਉਂਦਾ ਜਾਂਦਾ ਨਹੀਂ ਗਾ। ਤੁਹਾਨੂੰ ਤਾਂ 24 ਘੰਟੇ ਹੈ। ਜੇ ਧੁੰਨ ਮਾਲਿਕ ਆਪਣੇ ਅੰਦਰੋਂ ਵਾਪਸ ਬੁਲਾ ਲੂਗੀ ਨਾ ਤਾਂ ਆਪਣੀ ਹਸਤੀ ਖਤਮ ਹੋ ਜੂਗੀ। ਹੁਣ ਸਾਨੂੰ ਕਿਉਂ ਨਹੀਂ ਸੁਣਦੀ? ਕਿਉਂਕਿ ਸਾਡਾ ਧਿਆਨ ਨਹੀਂ ਟਿਕਦਾ। ਧੁੰਨ ਵੱਧਦੀ ਘਟਦੀ ਨਹੀਂ ਗੀ, ਧੁੰਨ ਤਾਂ ਉਸੇ ਲਹਿਜ਼ੇ ਵਿੱਚ ਚੱਲ ਰਹੀ ਹੈ, ਸਾਡਾ ਧਿਆਨ ਭਟਕਦਾ ਹੈਗਾ। ਕਿਉਂਕਿ ਧਿਆਨ ਭਟਕਦਾ, ਅਸੀਂ ਲੱਗਦੇ ਹਾਂ ਧੁਨ ਆਉਂਦੀ ਜਾਂਦੀ ਰਹਿੰਦੀ ਹੈ। ਜਦੋਂ ਆਪਾਂ ਧਿਆਨ ਨੂੰ ਟਿਕਾਵਾਂਗੇ, ਇਸੇ ਕਰਕੇ ਭਜਨ ਸਿਮਰਨ ਦਿੱਤਾ ਗਿਆ, ਆਪਾਂ ਆਪਣੇ ਧਿਆਨ ਨੂੰ ਅੱਖਾਂ ਦੇ ਪਿੱਛੇ ਟਿਕਾਵਾਂਗੇ, ਆਪਣੇ ਆਪ ਉਹ ਸ਼ਬਦ ਚੰਗੀ ਤਰ੍ਹਾਂ ਸੁਣਾਈ ਦੇਊਗਾ। ਠੀਕ ਆ ਸੱਚੇ ਪਾਤਸ਼ਾਹ, ਸੱਚੇ ਪਾਤਸ਼ਾਹ ਪੂਰੀ ਮਿਹਨਤ ਕਰਾਂਗੇ। ਸੱਚੇ ਪਾਤਸ਼ਾਹ ਤੁਸੀਂ ਦਇਆ ਬਖਸ਼ਣੀ। ਸੱਚੇ ਪਾਤਸ਼ਾਹ, ਸੱਚੇ ਪਾਤਸ਼ਾਹ ਮੇਰਾ ਬੇਟਾ 30 ਸਾਲ ਦਾ ਆ। ਸੱਚੇ ਪਾਤਸ਼ਾਹ ਮੈਂਟਲੀ ਅਪਸੈਟ ਆ। ਸੱਚੇ ਪਾਤਸ਼ਾਹ ਉਹਦੀ ਸਾਂਭ ਸੰਭਾਲ ਕਰਦੀ ਪੂਰੀ। ਸੱਚੇ ਪਾਤਸ਼ਾਹ ਕਈ ਵਾਰੀ ਮਨ 'ਚ ਆ ਜਾਂਦਾ ਕਿ ਬਾਬਾ ਜੀ, ਆਪਾਂ ਦੇਖੋ ਮੈਂਟਲੀ ਕਿਉਂ ਅਪਸੈਟ ਹੁੰਦਾ? ਜਦੋਂ ਆਪਾਂ ਆਪਣੇ ਮਨ ਦੇ ਉੱਤੇ ਬੋਝ ਜ਼ਿਆਦਾ ਰੱਖ ਲੈਂਦੇ ਹਾਂ ਬੇਟਾ। ਇਸੇ ਕਰਕੇ ਫਿਰ ਹੁਣ ਦੇਖੋ, ਕਿਸੇ ਦੇ ਉੱਤੇ ਤੁਸੀਂ 20 ਕਿਲੋ ਦਾ ਭਾਰ ਚੱਕਦੇ ਹੋਗੇ, ਉਸ ਤੋਂ ਤੁਰਿਆ ਹੀ ਨਹੀਂ ਜਾਣਾ। ਜੇ ਤੁਰੂਗਾ ਵੀ ਤਾਂ ਬੜਾ ਝੋਲ ਕੇ ਤੁਰੂਗਾ, ਕਿਉਂਕਿ ਭਾਰ ਇੰਨਾ ਹੈਗਾ।
ਹੁਣ ਜੇ ਆਪਾਂ ਭਾਰ ਹਲਕਾ ਕਰ ਦਾਂਗੇ, ਜਿਵੇਂ ਜਿਵੇਂ ਹਲਕਾ ਹੁੰਦਾ ਜਾਊਗਾ ਉਵੇਂ ਉਵੇਂ ਤੁਰੂਗਾ, ਭੱਜੂਗਾ, ਸਾਰਾ ਕੁਝ ਕਰੂਗਾ। ਸੋ ਬੇਟਾ ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ, ਫਿਕਰ ਉਹਦਾ ਕਰੀਏ ਜੋ ਅਸੀਂ ਸੋਚੀਏ ਕਿ ਮਾਲਕ ਦੇ ਹੁਕਮ ਤੋਂ ਬਗੈਰ ਹੋ ਰਿਹਾ। ਤੇ ਜੇ ਆਪਾਂ ਉਹਦੇ ਭਾਣੇ ਵਿੱਚ ਰਵਾਂਗੇ ਬੇਟਾ, ਉਹਦਾ ਹੁਕਮ ਸਿਰ ਮੱਥੇ ਮੰਨਾਂਗੇ, ਆਪਣੇ ਆਪ ਸਾਡਾ ਸਹਾਰਾ ਬਣੂਗਾ। ਬਾਬਾ ਜੀ ਜਿੰਨਾ ਟਾਈਮ ਹੁੰਦਾ ਵੀ ਪਤਾ ਮੈਨੂੰ ਕੋਈ ਕੰਮ ਹੈ ਨਹੀਂ, ਸਾਰਾ ਸਮਾਂ ਸਿਮਰਨ ਤੇ ਬਹਿਣਾ, ਉਦੋਂ ਜਿਵੇਂ ਵਾਈਫ ਨੇ ਉਠਾਤਾ ਜਾਂ ਬੱਚਿਆਂ ਨੇ ਉਠਾਤਾ, ਉਦੋਂ ਉੱਠ ਕੇ ਕੰਮ ਕੋਈ ਕਰਨਾ ਪੈਂਦਾ। ਉਦੋਂ ਬਾਅਦ ਫਿਰ ਧੁਨ ਦਾ ਕੀ ਕਰਨਾ ਚਾਹੀਦਾ? ਬੇਟਾ ਦੇਖੋ, ਜਦੋਂ ਤੁਸੀਂ ਭਜਨ ਸਿਮਰਨ ਤੋਂ ਬਹਿੰਦੇ ਹੋ ਨਾ, ਉਹਦੇ ਨਾਲ ਧੁਨ ਦੇ ਉੱਤੇ ਜਿਹੜਾ ਦਿਨ ਵਿੱਚ ਆਪਾਂ ਸਿਮਰਨ ਕਰਦੇ ਹਾਂ, ਉਸ ਵਕਤ 5 ਮਿੰਟ ਬੈਠੇ, 10 ਮਿੰਟ ਬੈਠੇ, ਤਾਂ ਹਾਲੇ ਤਾਂ ਧਿਆਨ ਵਿੱਚ ਇਕਾਗਰਤਾ ਹੀ ਨਹੀਂ ਆਉਂਦੀ। ਠੀਕ ਹੈ ਨਾ, ਉਹ ਆਪਾਂ ਸਿਰਫ ਆਦਤ ਪਾਉਣ ਵਾਸਤੇ ਕਰਦੇ ਹਾਂ। ਮਗਰ ਜਿੰਨਾ ਚਿਰ ਆਪਾਂ ਪੂਰਾ ਵਕਤ ਦੇ ਕੇ ਬਹਿ ਗਏ, ਇਕਾਗਰਤਾ ਲਿਆ ਕੇ ਫਿਰ ਭਜਨ 'ਚ ਨਹੀਂ ਬੈਠਾਂਗੇ ਤਾਂ ਕਿੱਥੋਂ ਕੁਛ ਆਪਣਾ ਹਾਸਲ ਹੋਊਗਾ ਬੇਟਾ। ਨਹੀਂ ਬਾਬਾ ਜੀ, ਜਦੋਂ ਮੈਨੂੰ ਪਤਾ ਹੀ ਮੈਂ ਸਾਰਾ ਦਿਨ ਵਿਹਲਾ ਸਿਮਰਨ ਕਰਦਾ, ਅਤੇ ਉਦੋਂ ਬਾਅਦ ਜਿਵੇਂ ਠਾਤਾ ਉੱਠ ਗਿਆ, ਉਦੋਂ ਬਾਅਦ ਫਿਰ ਫਰੀ ਹੈ, ਉਦੋਂ ਸਿਮਰਨ 'ਤੇ ਬੈਠਾ ਕਿ ਧੁਨ 'ਤੇ ਬੈਠਾ? ਨਹੀਂ, ਥੋੜ੍ਹਾ ਜਿਹਾ ਸਿਮਰਨ ਕਰਕੇ ਫਿਰ ਧੁਨ 'ਤੇ ਬਹਿ ਜਾਓ। ਅਤੇ ਉਦੋਂ ਬਾਅਦ ਜੇ ਫਿਰ ਟਾਈਮ ਹੈ ਫਿਰ ਸਿਮਰਨ ਕਰਾਂ, ਬੈਠ ਜੇ ਫਰੀ ਹੈ? ਬੇਟਾ ਸਾਰਾ ਕੁਛ ਹੀ ਵੈਸੇ ਤਾਂ ਭਜਨ ਹੈਗਾ, ਸਿਮਰਨ ਤਾਂ ਸਿਰਫ ਇਕਾਗਰਤਾ ਵਾਸਤੇ ਹੈ। ਤਾਂ ਜੇ ਮਨ ਵਿੱਚ ਇਕਾਗਰਤਾ ਹੈਗੀ ਹੈ ਤਾਂ ਫਿਰ ਜ਼ਿਆਦਾ ਵਕਤ ਭਜਨ ਨੂੰ ਦਿਓ। ਵੀ ਜਿੱਦਾਂ ਤੁਸੀਂ ਬੈਠਿਆ ਗੋਡਿਆਂ ਭਾਰ, ਉਹਨੂੰ ਭਜਨ ਹਾਂ ਹਾਂ ਠੀਕ। ਅਤੇ ਬਾਬਾ ਜੀ ਦਿਨੇ ਤਾਂ ਨਹੀਂ ਡਰ ਲੱਗਦਾ ਵੀ ਐਂ ਹੁੰਦਾ ਜਦੋਂ ਸਿਮਰਨ 'ਤੇ ਬੈਠੇ ਆ ਕੋਈ ਕਿਰਲੀ ਨਾ ਆ ਜਾਏ ਜਾਂ ਸੱਪ ਨਾ ਆ ਜਾਏ? ਦਿਨੇ ਕਈ ਵਾਰੀ ਘੱਟ ਮਹਿਸੂਸ ਹੁੰਦਾ, ਰਾਤ ਨੂੰ ਬਾਹਲਾ ਹੁੰਦਾ। ਉਹ ਚਾਦਰ ਉੱਤੇ ਲੈ ਲਿਆ ਕਰੋ। ਨਹੀਂ, ਥੱਲੇ ਪੈਰਾਂ ਨੂੰ ਜੀ। ਉਹ ਪੈਰਾਂ ਨੂੰ ਕੀ ਹੋਊਗਾ ਐਵੇਂ? ਹਾਂ, ਕਿੰਨੀ ਕੁ ਵਾਰੀ ਪੈਰ ਕੱਟੇ ਗਏ ਤੇਰੇ? ਹਾਂ, ਇੰਨਾ ਡਰਦੇ ਹੋ ਤੁਸੀਂ? ਹਾਂ, ਇੱਕ ਕਿਰਲੀ ਤੋਂ ਆਦਮੀ ਡਰ ਗਿਆ। ਹਾਂ, ਤੁਸੀਂ ਬਣਾਇਆ ਹੀ ਇਹੋ ਜਿਹਾ ਜੀ। ਹੈਂ? ਤੁਸੀਂ ਬਣਾਇਆ ਹੀ ਇਹੋ ਜਿਹਾ ਜੀ। ਨਹੀਂ, ਮੈਂ ਤਾਂ ਬਹੁਤ ਚੰਗਾ ਬਣਾਇਆ ਸੀ। ਹੁਣ ਜੇ ਡਰ ਤਾਂ ਤੂੰ ਆਪਣੇ ਵਿੱਚ ਡਰ ਰੱਖ ਲਿਆ। ਹਾਂ, ਕਾਹਨੂੰ ਡਰਦੇ ਹੋ ਤੁਸੀਂ? ਹਾਂ ਬਾਬਾ ਜੀ, ਇੱਕ ਰਾਤ ਨੂੰ ਤੁਹਾਨੂੰ ਚਿੱਠੀ 'ਤੇ ਵੀ ਪੁੱਛਿਆ ਸੀ, ਉਹਦਾ ਵੀ ਜਵਾਬ ਆਇਆ, ਪਰ ਕੰਮ ਨਹੀਂ ਬਣ ਰਿਹਾ। ਰਾਤ ਨੂੰ ਰਾਤ ਨੂੰ ਮੈਨੂੰ ਮਿਹਨਤ ਘੱਟ ਕਰਨੀ ਪੈਂਦੀ ਹੈ, ਵੀ ਮਨ ਜਲਦੀ ਜ਼ਿਆਦਾ ਲੱਗਦਾ ਹੈ, ਪਰ ਫਿਰ ਵੀ ਉੱਠ ਜਾਂਦਾ, ਡਰ ਲੱਗਦਾ। ਨਹੀਂ ਬੇਟਾ, ਆਦਤ ਜਿੰਨਾ ਚਿਰ ਨਹੀਂ ਪਊਗੀ, ਹੁਣ ਪਤਾ ਨਹੀਂ ਕਿੰਨੇ ਜਨਮ ਆਪਾਂ ਕਰਮ ਇਕੱਠੇ ਕੀਤੇ ਹੋਏ ਆ। ਹੁਣ ਅਸੀਂ ਸੋਚਦੇ ਹਾਂ ਕਿ 2 ਦਿਨਾਂ 'ਚ ਸਾਡਾ ਕੰਮ ਹੋ ਜਾਊਗਾ। ਆਪਾਂ ਨਹੀਂ ਦੇਖਣਾ ਨਤੀਜਾ, ਆਪਾਂ ਤਾਂ ਆਪਣੀ ਜ਼ਿੰਮੇਵਾਰੀ ਪੂਰੀ ਕਰਨੀ। ਤੁਸੀਂ ਨਤੀਜਾ ਦੇਖੋਗੇ, ਤੁਹਾਨੂੰ ਆਪਣੀ ਕਰਨੀ ਦਾ ਮਿਲੂਗਾ, ਤੁਹਾਡੀ ਕਰਨੀ ਕਦੇ ਹੋ ਹੀ ਨਹੀਂ ਸਕਦੀ। ਉਹਨੇ ਨਤੀਜਾ ਨਾ ਦੇਖੋ, ਭਜਨ ਸਿਮਰਨ ਕਰੋ ਮਹਾਰਾਜ ਜੀ ਦਾ ਹੁਕਮ ਮੰਨ ਕੇ। ਬਾਬਾ ਜੀ, ਇੱਕ ਮੰਮੀ ਡੈਡੀ ਨੇ ਬਹੁਤ ਕੁਛ ਬਣਾਇਆ ਅਤੇ ਮੈਨੂੰ ਇਹ ਛੋਟੀ ਜਿਹੀ ਨੌਕਰੀ ਹੈਗੀ ਹੈ, ਪਰ ਮੈਨੂੰ ਇਹ ਵੀ ਮੇਰੇ ਕੋਲ ਸਭ ਕੁਝ ਤੁਸੀਂ ਦਿੱਤਾ ਅਤੇ ਮੈਨੂੰ ਇਹ ਵੀ ਚੱਲ ਟਾਈਮ ਵੇਸਟ ਨਾ ਕਰਾਂ, ਇਹੀ ਟਾਈਮ ਪਰਮਾਰਥ 'ਤੇ ਲਾਵਾਂ। ਉਹ ਐ ਨਹੀਂ 24 ਘੰਟੇ ਵੀ ਨਹੀਂ ਨਿਭਾਇਆ ਜਾਣਾ ਬੇਟਾ। ਆਹਿਸਤਾ ਆਹਿਸਤਾ, ਇੱਕ ਦਿਨ 'ਚ ਨਹੀਂ ਘਰ ਬਣ ਤਾਂ ਸਕਦਾ ਹੈ, ਮਗਰ ਉਹਦੀ ਫਿਰ ਨੀਂਹ ਨਹੀਂ ਹੁੰਦੀ। ਸੋ ਆਹਿਸਤਾ ਆਹਿਸਤਾ ਕਰਕੇ ਵਧਾਓ, ਇੱਕਦਮ ਨਾ ਕਰੋ, ਨਹੀਂ ਤਾਂ ਰਿਐਕਸ਼ਨ ਹੋਊਗਾ।